ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਸੁਖਾਂ ਦੇ ਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਰਾਤਰੀ ਦੇ ਦੀਵਾਨ 'ਚ ਜੁੜ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਸ਼੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੋਣਾ ਛਾੜੈ ਖੇਤ। ਆਪ ਜੀ ਇਹ ਕੀਰਤਨ ਰੂਪ ਵਿੱਚ ਸਰਵਣ ਕਰ ਰਹੇ ਸੀ। ਗੁਰਮਤ ਦਾ ਮਾਰਗ ਪਿਆਰ ਦਾ ਮਾਰਗ ਹੈ ਤੇ ਪ੍ਰੇਮ ਦੇ ਮਾਰਗ 'ਚ ਹਮੇਸ਼ਾ ਕੁਝ ਦੇਣਾ ਹੀ ਹੁੰਦਾ, ਲੈਣਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਮਾਰਗ ਤੇ ਚੱਲਣ ਵਾਲੇ ਪਾਂਧੀਆਂ ਨੂੰ ਇੱਕ ਗੱਲ ਕਹੀ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਇਸ ਮਾਰਗ ਤੇ ਚੱਲਣਾ ਤੇ ਸਿਰ ਤਲੀ ਤੇ ਰੱਖਣਾ ਪੈਣਾ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਉਧਾਰ ਦੇ ਲਈ ਨਾਨਕ ਨਿਰਮਲ ਪੰਥ ਦੀ ਆਰੰਭਤਾ ਕੀਤੀ ਸੀ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਬਹੁਤ ਵੱਡੀ ਕੁਰਬਾਨੀ ਹੈ ਕਿ ਦੇਸਾਂ ਪ੍ਰਦੇਸਾਂ 'ਚ ਬੜੇ ਬਿਖਮ ਥਾਵਾਂ 'ਤੇ ਜਾ ਕੇ ਸਤਿਗੁਰੂ ਜੀ ਨੇ ਬੜੇ ਬੜੇ ਇਵੇਂ ਕਹਿ ਲਓ ਵਿਗੜੇ ਹੋਏ ਲੋਕਾਂ ਨੂੰ, ਕੱਟੜ ਲੋਕਾਂ ਨੂੰ, ਧਰਮ ਦੇ ਨਾਂ 'ਤੇ ਬੜੇ ਜ਼ੁਲਮ ਕਰਨ ਵਾਲੇ, ਰਾਜਨੀਤੀ ਦੀ ਦੁਨੀਆ 'ਚ ਬੜੇ ਜ਼ੁਲਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਲੋਕਾਂ ਨੂੰ ਸੋਝੀ ਦਿੱਤੀ। ਸਤਿਗੁਰੂ ਜੀ ਦੀ ਵਿਰੋਧਤਾ ਵੀ ਹੋਈ, ਸਤਿਗੁਰੂ ਜੀ ਨੂੰ ਕਸ਼ਟ ਵੀ ਝੱਲਣੇ ਪਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਾਅਦ ਸਰਬੱਤ ਗੁਰੂ ਸਾਹਿਬ ਜੀ ਨੇ ਇਸ ਮਾਰਗ ਨੂੰ ਅੱਗੇ ਤੋਰਿਆ। ਬੜੀ ਬਿਖਮ ਘਾਲਣ ਘਾਲੀ। ਰੱਬੀ ਪਿਆਰਿਆਂ ਦਾ ਜੋ ਮਾਰਗ ਹੈ ਉਹ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹਨਾਂ ਇਹ ਕਠਨ ਮਾਰਗ ਹੈ, ਕਹਿ ਲਓ ਸੱਚ ਦਾ ਮਾਰਗ ਜਿਹੜਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੋਈ। ਨਿਰੋਲ ਮਨੁੱਖਤਾ ਦੀ ਖਾਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ। ਸਤਿਗੁਰੂ ਜੀ ਦੇ ਉੱਪਰ 4 ਵੇਰਾਂ ਮਾਰੂ ਹਮਲੇ ਹੋਏ, ਪਰ ਸਤਿਗੁਰੂ ਜੀ ਨੇ ਆਪਣੇ ਬਾਹੂਬਲ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਅੱਜ ਦਾ ਜੋ ਦਿਨ ਹੈ ਇਹ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਹੈ। ਭਾਈ ਮਨੀ ਸਿੰਘ ਜੀ ਮਹਾਨ ਵਿਦਵਾਨ, ਮਹਾਨ ਲਿਖਾਰੀ, ਮਹਾਨ ਗੁਰੂ ਕੇ ਸਿੱਖ ਸੰਤ ਤੇ ਸਿਪਾਹੀ ਸਨ। ਭਾਈ ਮਨੀ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਭਾਈ ਮਨੀ ਸਿੰਘ ਜੀ ਦੇ ਘਰਾਣੇ ਦੀ ਸਾਂਝ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਗੁਰੂ ਘਰ ਦੇ ਨਾਲ ਬਣੀ ਹੈ। ਭਾਈ ਬੱਲੂ ਜੀ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸਨ। ਇਹ ਗੁਰੂ ਕੀ ਹਜ਼ੂਰੀ 'ਚ ਆਏ, ਸਿੱਖੀ ਧਾਰਨ ਕੀਤੀ। ਅੰਮ੍ਰਿਤਸਰ ਦੀ ਜੰਗ ਵਿੱਚ ਭਾਈ ਬੱਲੂ ਜੀ ਦੀ ਸ਼ਹਾਦਤ ਹੁੰਦੀ ਹੈ। ਭਾਈ ਬੱਲੂ ਜੀ ਦੇ 12 ਪੁੱਤਰ ਸਨ, ਜਿਨ੍ਹਾਂ 'ਚੋਂ ਇੱਕ ਸੀ ਮਾਈਦਾਸ। ਮਾਈਦਾਸ ਜੀ ਦੇ 7 ਪੁੱਤਰ ਸਨ, ਜਿਨ੍ਹਾਂ 'ਚੋਂ ਇੱਕ ਮਣੀਆਂ, ਜਿਹਨੂੰ ਮਨੀ ਵੀ ਕਹਿੰਦੇ, ਮਨੀ ਰਾਮ ਕਿਹਾ ਜਾਂਦਾ ਸੀ, ਮਣੀਆਂ ਵੀ ਕਹਿੰਦੇ ਸਨ। ਆਪ ਜੀ ਦਾ ਇਲਾਕਾ ਮੁਜ਼ੱਫਰਪੁਰ, ਪਾਕਿਸਤਾਨ ਵਿੱਚ ਮੁਜ਼ੱਫਰਗੜ੍ਹ, ਅਲੀਪੁਰ ਪਿੰਡ। ਵੈਸੇ ਵਿਦਵਾਨਾਂ ਨੇ ਖੋਜ ਕੱਢੀ ਹੈ ਕਿ ਆਪ ਜੀ ਦਾ ਪਿਛੋਕੜ ਮੱਧ ਪ੍ਰਦੇਸ਼ ਨਾਲ ਰਲਦਾ ਹੈ। ਰਾਜਾ ਭੋਜ ਅਸੀਂ ਸੁਣਦੇ ਹਾਂ, ਰਾਜਾ ਬਿਕਰਮ ਜੀ ਸੁਣਦੇ ਹਾਂ। ਉਸ ਘਰਾਣੇ 'ਚੋਂ ਆਪ ਜੀ ਦਾ ਅੱਗੇ ਇਹ ਪਰਿਵਾਰ ਹੈ। ਸਮੇਂ ਦੀ ਚਾਲ ਦੇ ਨਾਲ ਇਹ ਪਰਿਵਾਰ ਉੱਠ ਕੇ ਨਾਹਨ ਦੇ ਇਲਾਕੇ 'ਚ ਸਰਮੌਰ ਰਿਆਸਤ ਵਿੱਚ ਆ ਗਿਆ। ਇੱਥੋਂ ਉੱਠ ਕੇ ਇਹ ਵਪਾਰ ਦੇ ਸਬੰਧ 'ਚ ਇੱਧਰ ਮੁਜ਼ੱਫਰਗੜ੍ਹ ਜਿਹੜਾ ਪਾਕਿਸਤਾਨ 'ਚ ਹੈ, ਇੱਧਰ ਚਲਿਆ ਗਿਆ। ਬਹੁਤ ਵੱਡੇ ਵਪਾਰੀ ਸਨ ਆਪ ਜੀ ਦੇ ਬਜ਼ੁਰਗ। ਭਾਈ ਮਨੀ ਸਿੰਘ ਜੀ ਦਾ ਸਬੰਧ 7ਵੇਂ ਪਾਤਸ਼ਾਹ ਜੀ ਦੇ ਵੇਲੇ ਮਾਈਦਾਸ ਜੀ ਗੁਰੂ ਕੀ ਹਜ਼ੂਰੀ 'ਚ ਆਏ, ਮਣੀਆਂ ਜੀ ਨਾਲ ਹੀ ਆਏ। ਕੀਰਤਪੁਰ ਸਾਹਿਬ 'ਚ ਰਹਿ ਕੇ ਸੇਵਾ ਕਰਨ ਲੱਗ ਪਏ। ਗੁਰੂ ਕੀ ਹਜ਼ੂਰੀ 'ਚ ਰਹਿ ਕੇ ਕੁਝ ਚਿਰ ਸੇਵਾ ਕੀਤੀ, ਫਿਰ ਵਾਪਸ ਚਲੇ ਗਏ। ਆਪ ਜੀ ਦੀ ਸ਼ਾਦੀ ਹੋ ਗਈ। ਬੀਬੀ ਸੱਤੋ ਜੀ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਬਸੰਤ ਕੌਰ ਜੀ ਰੱਖਿਆ ਗਿਆ। ਭਾਈ ਲੱਖੀ ਸ਼ਾਹ ਜੀ ਵਣਜਾਰਾ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬੜਾ ਰੋਸ਼ਨ ਹੈ, ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਉਹਨਾਂ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਸੀ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਉਹ ਆਪ ਜੀ ਦੇ ਸਹੁਰਾ ਸਾਹਿਬ ਸਨ। ਭਾਈ ਮਨੀ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਗੁਰੂ ਹਾਰੇ ਸਾਹਿਬ ਜੀ ਦੀ ਹਜ਼ੂਰੀ 'ਚ ਆ ਗਏ। ਗੁਰੂ ਹਾਰੇ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹਜ਼ੂਰੀ 'ਚ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ, ਭਾਈ ਮਨੀ ਸਿੰਘ ਜੀ ਨਾਲ ਹੀ ਗਏ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋ ਸਮਾ ਗਏ।
ਉੱਥੇ ਇੱਕ ਬਚਨ ਕਹਿ ਕੇ ਬਾਬਾ ਬਸੇ ਗ੍ਰਾਮ ਬਕਾਲੇ। ਆਪ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਦੇ ਨਾਲ ਉੱਥੋਂ ਵਿਹਲੇ ਹੋ ਕੇ ਸਿੱਧੇ ਬਕਾਲੇ ਨਗਰ 'ਚ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਮਰਜ਼ਾਦਾ ਹੋਈ। ਆਪ ਗੁਰੂ ਕੀ ਹਜ਼ੂਰੀ 'ਚ ਰਹਿਣ ਲੱਗ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜਾ ਕੇ ਠਹਿਰੇ ਕੁਝ ਚਿਰ। ਭਾਈ ਮਨੀ ਸਿੰਘ ਜੀ ਵਾਪਸ ਫਿਰ ਆਪਣੇ ਨਗਰ ਆਏ ਨੇ ਔਰ ਫਿਰ ਵਾਪਸੀ ਆ ਗਈ। ਜਦੋਂ ਅਨੰਦਪੁਰ ਸਾਹਿਬ ਵਸ ਗਿਆ, ਇੱਥੇ ਰਹਿਣ ਲੱਗ ਪਏ। ਸਤਿਗੁਰੂ ਜੀ ਦੇ ਨਾਲ ਰਹੇ। ਸਤਿਗੁਰੂ ਜੀ ਪਟਨੇ ਤੱਕ ਗਏ, ਜਿੱਥੋਂ ਤੱਕ ਗਏ ਭਾਈ ਮਨੀ ਸਿੰਘ ਜੀ ਨਾਲ ਹੀ ਸਨ। ਭਾਈ ਮਨੀ ਸਿੰਘ ਜੀ ਬਹੁਤ ਵੱਡੇ ਵਿਦਵਾਨ ਸਨ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ 'ਚ ਵੀ ਆਪ ਜੀ ਰਹੇ। ਆਪ ਜੀ ਦੇ 10 ਪੁੱਤਰ ਸਨ, ਉਹ ਗੁਰੂ ਕੀ ਹਜ਼ੂਰੀ 'ਚ ਰਹੇ। ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਭਾਈ ਅਨਕ ਸਿੰਘ ਜੀ ਔਰ ਆਪ ਜੀ ਦੇ ਭਰਾ, ਆਪ ਜੀ ਦੇ ਭਤੀਜੇ। ਭਾਈ ਮਨੀ ਸਿੰਘ ਜੀ ਦੇ ਪੂਰੇ ਖਾਨਦਾਨ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਕਰੀਬਨ 60 ਜੀ ਉਹਨਾਂ ਦੇ ਗੁਰੂ ਘਰ ਦੇ ਲਈ ਸ਼ਹੀਦ ਹੋਏ। 60 ਜੀ। ਭਾਈ ਮਨੀ ਸਿੰਘ ਜੀ ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ। ਸਤਿਗੁਰੂ ਜੀ ਦੇ ਦੀਵਾਨ ਸਨ, 2 ਦੀਵਾਨ ਸਨ ਸਤਿਗੁਰੂ ਜੀ ਦੇ ਕੋਲ, ਇੱਕ ਘਰਬਾਰੀ ਦੀਵਾਨ, ਇੱਕ ਦਰਬਾਰੀ ਦੀਵਾਨ। ਭਾਈ ਮਤੀ ਦਾਸ ਜੀ ਪਹਿਲਾਂ ਘਰਬਾਰੀ ਦੀਵਾਨ ਸਨ, ਭਾਈ ਨੰਦ ਚੰਦ ਜੀ ਦਰਬਾਰੀ ਦੀਵਾਨ ਸਨ। ਇਤਿਹਾਸ ਕਹਿੰਦਾ ਪੌਂਟਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਗਏ, ਭਾਈ ਮਨੀ ਸਿੰਘ ਜੀ ਨਾਲ ਹੀ ਗਏ। ਪੌਂਟਾ ਸਾਹਿਬ ਤੋਂ ਸਤਿਗੁਰੂ ਜੀ ਨੂੰ ਦੇਹਰਾਦੂਨ, ਜਿਹਨੂੰ ਹੁਣ ਕਹਿੰਦੇ ਨੇ, ਪਹਿਲਾਂ ਇਹਨੂੰ ਖੁਰਬੱਦੀ ਕਿਹਾ ਜਾਂਦਾ ਸੀ। ਕਦੀ ਦੇਹਰਾਦੂਨ ਜਾਓ, ਉੱਥੇ ਇੱਕ ਮਹੱਲਾ ਉਹਨੂੰ ਕਹਿੰਦੇ ਖੁੜਬੜਾ ਮਹੱਲਾ, ਜਿੱਥੇ ਰਾਮ ਰਾਏ ਜੀ ਦਾ ਅਸਥਾਨ ਹੈ। ਦਰਅਸਲ ਇੱਕ ਖੁਰਬੱਦੀ ਪਿੰਡ ਸੀ ਇਹ ਰਾਮ ਰਾਏ ਨੂੰ ਔਰੰਗਜ਼ੇਬ ਨੇ ਬਹੁਤ ਵੱਡੀ ਜ਼ਗੀਰ ਦਿੱਤੀ ਹੋਈ ਸੀ। ਰਾਮ ਰਾਏ ਚੜ੍ਹਾਈ ਕਰ ਗਿਆ। ਕਲਗੀਧਰ ਪਾਤਸ਼ਾਹ ਜੀ ਉਸ ਦੇ ਅੰਤਮ ਸਮੇਂ ਤੇ ਵੀ ਗਏ, ਉਹਦੀ ਬਰਸੀ ਤੇ ਵੀ ਗਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਸਨ। ਜਿਸ ਵੇਲੇ ਉਹਦੀ ਬਰਸੀ ਤੇ ਭਾਈ ਮਨੀ ਸਿੰਘ ਜੀ ਭਾਈ ਨੰਦ ਚੰਦ ਜੀ ਗਏ। ਭਾਈ ਨੰਦ ਚੰਦ ਜੀ ਅਰਦਾਸ ਕਰ ਰਹੇ ਸਨ ਔਰ ਮਸੰਦ ਗੁਰਬਖਸ਼ ਰਾਏ ਜਿਹੜਾ ਰਾਮ ਰਾਏ ਦਾ ਖਾਸ ਵਿਅਕਤੀ ਸੀ ਔਰ ਇਹ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਰਾਮ ਰਾਏ ਜੀ ਸਮਾਧੀ ਵਿੱਚ ਸਨ ਜਾਂ ਉਹਨਾਂ ਨੇ ਸਵਾਸ ਆਪਣੇ ਚੜ੍ਹਾਏ ਸਨ। ਜ਼ਬਰਦਸਤੀ ਇਹਨਾਂ ਨੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਮਾਤਾ ਪੰਜਾਬ ਕੌਰ ਨੇ ਸਤਿਗੁਰੂ ਜੀ ਕੋਲ ਫਰਿਆਦ ਕੀਤੀ। ਸਤਿਗੁਰੂ ਜੀ ਗਏ, ਇਹਨਾਂ ਮਸੰਦਾਂ ਨੂੰ ਸਤਿਗੁਰੂ ਜੀ ਨੇ ਤਾੜਿਆ ਵੀ। ਬਰਸੀ ਤੇ ਗਏ, ਜਿਸ ਵੇਲੇ ਭਾਈ ਨੰਦ ਚੰਦ ਜੀ ਅਰਦਾਸ ਕਰ ਰਹੇ ਸਨ। ਗੁਰਬਖਸ਼ ਰਾਏ ਨੇ ਕੁਝ ਅਪਸ਼ਬਦ ਬੋਲੇ। ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਉੱਥੋਂ ਫੜ ਕੇ ਗੁਰੂ ਸਾਹਿਬ ਜੀ ਦੀ ਤਾਬਿਆ ਤੋਂ ਉਠਾ ਦਿੱਤਾ। ਉਦੋਂ ਬਾਅਦ ਇਹ ਕੁਝ ਹੋਰ ਔਖਾ ਬੋਲਣ ਲੱਗਾ। ਸਿੰਘਾਂ ਨੇ ਤਲਵਾਰਾਂ ਸੂਤ ਲਈਆਂ। ਇਹ ਮਸੰਦ ਡਰਦੇ ਉੱਥੋਂ ਭੱਜ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਜਿਸ ਵੇਲੇ ਪਹਿਲੀ ਜੰਗ ਹੁੰਦੀ ਹੈ ਉਹਦੇ 'ਚ ਭਾਈ ਮਨੀ ਸਿੰਘ ਜੀ ਨੇ ਬੜੀ ਬਹਾਦਰੀ ਦਿਖਾਈ। ਭਾਈ ਮਨੀ ਸਿੰਘ ਜੀ ਬੜੇ ਫੁਰਤੀਲੇ, ਬੜੇ ਯੋਧੇ, ਤਲਵਾਰਬਾਜ਼ ਸਨ। ਸਤਿਗੁਰੂ ਜੀ ਵਾਪਸ ਆਏ ਨੇ ਅਨੰਦਪੁਰ ਸਾਹਿਬ ਜੀ ਵਿੱਚ। ਸਤਿਗੁਰੂ ਜੀ ਦੀ ਨਰਾਉਣ ਦੀ ਜੰਗ ਹੁੰਦੀ ਹੈ ਜਦੋਂ ਅਲਫ ਖਾਂ ਜਿਹੜਾ ਸੀ ਦਿੱਲੀ ਦਾ ਇੱਕ ਜਰਨੈਲ ਪਹਾੜੀਆਂ ਤੇ ਚੜ੍ਹ ਕੇ ਆ ਗਿਆ। ਪਹਾੜੀਆਂ ਨੇ ਸਤਿਗੁਰੂ ਜੀ ਕੋਲੋਂ ਮਦਦ ਮੰਗੀ ਔਰ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ, ਭਾਈ ਨੰਦ ਚੰਦ ਜੀ ਔਰ ਇਹਨਾਂ ਸਾਰਿਆਂ ਸਿੰਘਾਂ ਨੂੰ ਭੇਜਿਆ। ਸਤਿਗੁਰੂ ਜੀ ਵੀ ਗਏ, ਇਹ ਜੰਗ ਜਿੱਤੀ ਗਈ। ਇੱਥੇ ਭਾਈ ਮਨੀ ਸਿੰਘ ਜੀ ਨੇ ਬੜੀ ਬਹਾਦਰੀ ਦਿਖਾਈ। ਗੱਲ ਕੀ ਜਿੰਨਾ ਚਿਰ ਵੀ ਸਤਿਗੁਰੂ ਜੀ ਜਿੱਥੇ ਰਹੇ, ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੇ ਨਾਲ ਰਹੇ। ਇੱਕ ਵੇਲਾ ਸਮਾਂ ਆਇਆ ਕਿ ਹਰਿਮੰਦਰ ਸਾਹਿਬ ਵਿੱਚ ਜਿਹੜੇ ਉਹ ਮੀਣੇ ਮਸੰਦ ਸਨ ਉਹ ਦਰਬਾਰ ਸਾਹਿਬ ਨੂੰ ਛੱਡ ਕੇ ਚਲੇ ਗਏ। ਸੰਗਤਾਂ ਨੇ ਸਤਿਗੁਰੂ ਜੀ ਕੋਲ ਬੇਨਤੀ ਭੇਜੀ। ਭਾਈ ਮਨੀ ਸਿੰਘ ਜੀ ਦੇ ਨਾਲ 5 ਸਿੰਘ ਸਤਿਗੁਰੂ ਜੀ ਨੇ ਭੇਜੇ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਏ, ਉੱਥੇ ਨਿਸ਼ਾਨ ਸਾਹਿਬ ਚਲਾਇਆ, ਉੱਥੋਂ ਦੇ ਪ੍ਰਬੰਧ ਨੂੰ ਆਪ ਜੀ ਨੇ ਸੰਭਾਲਿਆ। ਭਾਈ ਮਨੀ ਸਿੰਘ ਜੀ ਮਹਾਨ ਵਿਦਵਾਨ ਸਨ, ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। ਦੋਵੇਂ ਟਾਈਮ ਗੁਰਬਾਣੀ ਦੀ ਕਥਾ ਕਰਨੀ, ਸਿੱਖ ਸੰਗਤਾਂ ਜੁੜਨ ਲੱਗ ਪਈਆਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉੱਪਰ ਬੜੇ ਔਖੇ ਸਮੇਂ ਆਏ। ਇੱਕ ਵਾਰ ਭਾਈ ਸਾਹਿਬ ਜੀ ਸਤਿਗੁਰੂ ਜੀ ਨੂੰ ਮਿਲਣ ਲਈ ਗਏ। 1700 ਦੇ ਕਰੀਬ ਦੀ ਇਹ ਗੱਲ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਕੀ ਪੌਲ ਬਖਸ਼ਿਸ਼ ਕੀਤੀ, ਭਾਈ ਮਨੀ ਰਾਮ ਜੀ ਨੇ ਵੀ ਅੰਮ੍ਰਿਤ ਛਕਿਆ, ਉਹਨਾਂ ਦੇ ਪੁੱਤਰਾਂ ਨੇ ਵੀ ਸਤਿਗੁਰੂ ਜੀ ਦੀ ਹਜ਼ੂਰੀ ਅੰਮ੍ਰਿਤ ਛਕਿਆ। ਗੁਰੂ ਕੇ ਸਿੰਘ ਸੱਜ ਗਏ। 1700 ਵਿੱਚ ਅਚਨਚੇਤ ਪਹਾੜੀ ਰਾਜੇ ਨੇ ਹਮਲਾ ਕਰਤਾ। ਭਾਈ ਮਨੀ ਸਿੰਘ ਜੀ ਉਹਨਾਂ ਦੇ ਪੁੱਤਰ ਉੱਥੇ ਬੜੀ ਬਹਾਦਰੀ ਦੇ ਨਾਲ ਲੜੇ ਔਰ ਜਿੰਨੀਆਂ ਵੀ ਜੰਗਾਂ ਤੁਸੀਂ ਪੜ੍ਹੋਗੇ, ਭਾਈ ਉਦੇ ਸਿੰਘ ਜੀ ਦੀ ਬਹਾਦਰੀ, ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ, ਇਸੇ ਤਰੀਕੇ ਨਾਲ ਮੁਕਤਸਰ ਦੀ ਜੰਗ ਦਾ ਇਤਿਹਾਸ ਪੜ੍ਹ ਲਓ, ਚਮਕੌਰ ਦੀ ਜੰਗ ਦਾ ਅਜਾਇਬ ਸਿੰਘ ਜੀ ਉੱਥੇ ਸ਼ਹੀਦ ਹੋਏ ਨੇ। ਔਰ ਕਲਗੀਧਰ ਪਾਤਸ਼ਾਹ ਜੀ ਦਮਦਮਾ ਸਾਹਿਬ ਆਏ। ਇੱਥੇ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਆ ਗਏ। ਇੱਥੋਂ ਸਤਿਗੁਰੂ ਜੀ ਦੇ ਨਾਲ ਕੁਝ ਚਿਰ ਰਹੇ। ਉੱਥੋਂ ਸਤਿਗੁਰੂ ਜੀ ਨੇ ਬਾਅਦ ਵਿੱਚ ਫਿਰ ਅੰਮ੍ਰਿਤਸਰ ਵਿੱਚ ਆਪ ਜੀ ਨੂੰ ਭੇਜ ਦਿੱਤਾ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਵੇਲੇ ਪੰਜਾਬ ਦੀ ਧਰਤੀ ਤੇ ਆਏ,
ਉਹਨਾਂ ਦੇ ਆਉਣ ਦੇ ਨਾਲ ਸਿੰਘਾਂ ਦਾ ਦਬਦਬਾ ਪੰਜਾਬ ਦੀ ਧਰਤੀ 'ਤੇ ਬਣ ਗਿਆ। ਭਾਈ ਮਨੀ ਸਿੰਘ ਜੀ ਉਹਨਾਂ ਦਿਨਾਂ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸੰਭਾਲ ਹੀ ਕਰਦੇ ਸਨ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬੜਾ ਔਖਾ ਦੌਰ ਆਇਆ। ਭਾਈ ਮਨੀ ਸਿੰਘ ਜੀ ਭਾਵੇਂ ਅੰਮ੍ਰਿਤਸਰ ਸਨ, ਪਰ ਹਕੂਮਤ ਨੇ ਬੜੀ ਸਖਤਾਈ ਕਰਤੀ। ਸਿੰਘਾਂ ਦੇ ਉੱਪਰ ਬੜਾ ਉਸ ਵੇਲੇ ਜ਼ੁਲਮ ਦੇ ਤਸੱਦਦ ਦੇ ਬੱਦਲ ਛਾਉਣ ਲੱਗ ਪਏ। ਭਾਈ ਸਾਹਿਬ ਜੀ ਕੁਝ ਚਰਲੀ ਲਾਂਬੇ ਚਲੇ ਗਏ, ਫਿਰ ਹਾਲਾਤ ਠੀਕ ਹੋਏ, ਇੱਥੇ ਆ ਗਏ ਔਰ ਇੱਥੇ ਰਹਿ ਕੇ ਭਾਈ ਸਾਹਿਬ ਜੀ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ। 1733 ਈਸਵੀ ਦਾ ਸਮਾਂ ਹੈ, ਜਦੋਂ ਸਿੰਘ ਆਲੇ ਦੁਆਲੇ ਦੂਰ ਦਰਾਡੇ ਰਹਿੰਦੇ ਸਨ। ਭਾਈ ਸਾਹਿਬ ਜੀ ਦੇ ਮਨ 'ਚ ਇੱਕ ਫੁਰਨਾ ਆਇਆ ਕਿ ਆਪਾਂ ਸਿੰਘਾਂ ਨੂੰ, ਸਿੱਖ ਸੰਗਤਾਂ ਨੂੰ ਫਿਰ ਇਕੱਤਰ ਕਰੀਏ। ਹਕੂਮਤ ਕੋਲੋਂ ਉਹਨਾਂ ਨੇ ਦੀਵਾਲੀ ਦਾ ਪੁਰਬ ਮਨਾਉਣ ਦੀ ਇਜਾਜ਼ਤ ਲੈ ਲਈ। ਹਕੂਮਤ ਨੇ 10,000 ਰੁਪਈਆ ਉਦੋਂ ਟੈਕਸ ਮੰਗਿਆ। ਭਾਈ ਸਾਹਿਬ ਜੀ ਨੇ ਦੇਣਾ ਮੰਨ ਲਿਆ। ਉਹਨਾਂ ਪਾਸਾ ਸਿੱਖ ਸਰਦਾਰ ਦੂਰੋਂ ਦੂਰ ਆਉਣਗੇ, ਪੈਸੇ ਦੀ ਕੋਈ ਘਾਟ ਨਹੀਂ ਰਹਿਣੀ, ਪਰ ਹਕੂਮਤ ਨੇ ਦੋਗਲੀ ਨੀਤੀ ਵਰਤੀ। ਇੱਕ ਵਾਰ ਨੇ ਫੌਜਾਂ ਤਾਇਨਾਤ ਕਰ ਦਿੱਤੀਆਂ ਕਿ ਜਿੰਨੇ ਸਿੰਘ ਆਉਂਦੇ ਨੇ ਉਹਨਾਂ ਨੂੰ ਮਾਰ ਦਿਓ। ਸਿੰਘਾਂ ਨੂੰ ਭਾਈ ਸਾਹਿਬ ਜੀ ਨੇ ਪਹਿਲਾਂ ਸੁਨੇਹਾ ਭੇਜਤਾ ਕਿ ਹਕੂਮਤ ਦੀ ਨੀਅਤ ਠੀਕ ਨਹੀਂ ਹੈ, ਸਿੱਖ ਸੰਗਤਾਂ ਨਾ ਆਈਆਂ, ਉਹ ਟੈਕਸ ਤਾਰਿਆ ਨਾ ਗਿਆ। ਹਕੂਮਤ ਨੇ ਭਾਈ ਸਾਹਿਬ ਜੀ ਦੇ ਵਿਰੁੱਧ ਫਰਮਾਨ ਜਾਰੀ ਕੀਤਾ। ਭਾਈ ਸਾਹਿਬ ਜੀ ਨੇ ਫਿਰ 1734 ਅਪ੍ਰੈਲ ਤੱਕ ਦਾ ਟਾਈਮ ਮੰਗ ਲਿਆ ਕਿ ਵਿਸਾਖੀ ਦਾ ਜੋੜ ਮੇਲਾ ਆਏਗਾ, ਫਿਰ ਇਹਨਾਂ ਦਾ ਟੈਕਸ ਦੇ ਦੇਵਾਂਗੇ। ਪਰ ਉਦੋਂ ਵੀ ਹਕੂਮਤ ਨੇ ਉਹੀ ਪਾਲਿਸੀ ਵਰਤੀ, ਸਿੱਖ ਸੰਗਤ ਨਾ ਆ ਸਕੀ ਗਈ। ਇਸੇ ਕਸੂਰ ਵਿੱਚ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਈ ਸਾਹਿਬ ਜੀ ਦੇ ਨਾਲ ਹੋਰ ਕਈ ਸਿੰਘ ਫੜੇ ਗਏ। ਭਾਈ ਭੂਪਤ ਸਿੰਘ ਜੀ, ਭਾਈ ਗੁਲਜ਼ਾਰ ਸਿੰਘ ਜੀ ਉਹਨਾਂ ਦੇ ਭਰਾ ਸਨ। ਭਾਈ ਸਾਹਿਬ ਜੀ ਦੀ ਸਿੰਘਣੀ ਬੀਬੀ ਬਸੰਤ ਕੌਰ ਜੀ ਫੜੀ ਗਈ ਔਰ ਇਹ ਸਾਰੇ ਸਿੰਘਾਂ ਨੂੰ ਲਾਹੌਰ ਨਖਾਸ ਚੌਂਕ ਹੈ, ਜਿੱਥੇ ਅੱਜ ਕੱਲ੍ਹ ਉੱਥੇ ਲੋਹਾ ਮੰਡੀ ਬਣੀ ਹੋਈ, ਤੁਸੀਂ ਕਦੀ ਜਾਓ ਤਾਂ ਉਸ ਸਥਾਨ 'ਤੇ ਭਾਈ ਸਾਹਿਬ ਜੀ ਨੂੰ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਭੂਪਤ ਸਿੰਘ ਜੀ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਗੁਲਜ਼ਾਰ ਸਿੰਘ ਜੀ ਦੀ ਪੁੱਠੀ ਖੱਲ ਉਤਾਰੀ ਗਈ। ਬੀਬੀ ਬਸੰਤ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬੜਾ ਤਸੱਦਦ, ਬੜੇ ਜ਼ੁਲਮ ਦੇ ਨਾਲ ਇਹਨਾਂ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ। ਅਸੀਂ ਜਦੋਂ ਰੋਜ਼ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਸਿੱਖੀ ਦੇ ਕੇਸਾਂ ਸੁਆਸਾਂ ਸੰਗ ਨਿਭਾਇਆ, ਚਰਖੜੀਆਂ 'ਚ ਜਿਹੜੇ ਬੰਨ ਕਟਵਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਜਿਹੇ ਸਨ ਭਾਈ ਮਨੀ ਸਿੰਘ ਜੀ, ਮਹਾਨ ਵਿਦਵਾਨ ਸਨ, ਗੁਰੂ ਕੇ ਸਿੱਖ ਸਨ, ਮਹਾਨ ਯੋਧੇ ਸਨ, ਮਹਾਨ ਪ੍ਰਚਾਰਕ ਸਨ, ਮਹਾਨ ਨੀਤੀਵੇਤਾ ਸਨ, ਗੁਰੂ ਕੇ ਦੀਵਾਨ ਸਨ, ਗੁਰੂ ਕੇ ਸਲਾਹਕਾਰ ਸਨ। ਤਕਰੀਬਨ 90 ਸਾਲ ਦੀ ਉਮਰ ਤੱਕ ਆਪ ਜੀ ਨੇ ਇਸ ਧਰਤੀ ਤੇ ਬਤੀਤ ਕੀਤੇ, ਜਿਨ੍ਹਾਂ ਤੋਂ 77 ਸਾਲ ਆਪ ਗੁਰੂ ਕੀ ਹਜ਼ੂਰੀ ਸੇਵਾ ਕਰਦੇ ਰਹੇ। ਭਾਈ ਬੱਲੂ ਜੀ ਤੋਂ ਲੈ ਕੇ ਆਪ ਜੀ ਤੱਕ ਆਪ ਜੀ ਦੇ ਪੁੱਤਰਾਂ ਦਾ ਸਾਰਾ ਜਦੋਂ ਕੁਰਸੀਨਾਮਾ ਅਸੀਂ ਪੜ੍ਹਦੇ ਹਾਂ ਕਿ ਤਕਰੀਬਨ 60 ਦੇ ਕਰੀਬ, ਇਹਦੋਂ ਵੀ ਜ਼ਿਆਦਾ ਸ਼ਹੀਦ ਆਪ ਜੀ ਦੇ ਪਰਿਵਾਰ ਵਿੱਚੋਂ ਹੋਏ ਨੇ। ਬਹੁਤ ਵੱਡੀ ਕੁਰਬਾਨੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਹੈ। ਉਹਨਾਂ ਦਾ ਅੱਜ ਦਾ ਸ਼ਹੀਦੀ ਦਿਨ ਸਿੱਖ ਸੰਗਤਾਂ ਮਨਾ ਰਹੀਆਂ ਨੇ। ਆਪ ਜੀ ਬਚਨ ਸਰਵਣ ਕਾਰੇ ਸੀ ਸੂਰਾ ਸੋ ਪਹਿਚਾਨੀ ਹੈ, ਜੋ ਲਰਹਿ ਦੀਨ ਕੇ ਹੇਤ, ਪੁਰਜਾ ਘਟ ਮਰੈ ਕਬੂ ਨਾ ਛਾੜੇ ਖੇਤ। ਸੂਰਮਗਤੀ ਜ਼ਰੂਰੀ ਨਹੀਂ ਕਿ ਕਿਸੇ ਨੂੰ ਮਾਰਿਆਂ ਦਿਖਾਈ ਜਾਂਦੀ ਹੈ, ਕਿਸੇ ਨੂੰ ਮਾਰਨਾ, ਬਹਾਦਰੀ ਨਾਲ ਲੜਨਾ, ਇਹ ਵੀ ਸੂਰਮਗਤੀ ਹੈ। ਲੇਕਿਨ ਸੂਰਮਗਤੀ ਹੈ ਕਿ ਜ਼ੁਲਮ ਨੂੰ ਸਹਾਰ ਲੈਣਾ, ਗਰੀਬਾਂ ਦੀ ਖਾਤਰ, ਮਜਲੂਮਾਂ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਅਜਿਹੇ ਸ਼ਹੀਦ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿੱਥੇ ਉਹਨਾਂ ਦਾ ਅੱਜ ਆਪਾਂ ਸ਼ਹੀਦੀ ਦਿਨ ਵੀ ਮਨਾ ਰਹੇ ਹਾਂ। ਧੰਨ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵੀ ਆਪ ਜੀ ਹਰ ਰੋਜ਼ ਜੋ ਸਰਵਣ ਕਰਦੇ ਹੋ। ਵਾਰਤਾ ਚੱਲ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੰਡੂਰ ਸਾਹਿਬ ਜੀ ਵਿੱਚ ਸਨ। ਉੱਥੋਂ ਦੇ ਇੱਕ ਜੋਗੀ ਨੇ ਬਿਨਾਂ ਕਾਰਨ ਤੋਂ ਈਰਖਾ ਵਸ ਹੋ ਕੇ ਉੱਥੇ ਦੇ ਜ਼ਿਮੀਂਦਾਰਾਂ ਨੂੰ ਗਲਤ ਸਲਾਹ ਦਿੱਤੀ ਔਰ ਉਹਨਾਂ ਦੇ ਰਾਹੀਂ ਸਤਿਗੁਰੂ ਜੀ ਨੂੰ ਨਗਰ ਚੋਂ ਬਾਹਰ ਭੇਜ ਦਿੱਤਾ। ਰੱਬ ਦੀ ਰਜ਼ਾ 'ਚ ਰਾਜੀ ਰਹਿਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਹਾਲਾਤ ਨੂੰ ਸਮਝਦੇ ਸਨ ਔਰ ਬੜੇ ਜ਼ਿਮੀਂਦਾਰਾਂ ਦੀ ਇਸ ਗੱਲ ਨੂੰ ਸੁਣ ਕੇ ਕਿ ਜੇ ਸਾਡੇ ਜਾਣ ਨਾਲ ਹੀ ਤੁਸੀਂ ਸੁਖੀ ਹੁੰਦੇ ਹੋ ਤੇ ਚੰਗੀ ਗੱਲ ਹੈ। ਸਤਿਗੁਰੂ ਜੀ ਖੰਡੂਰ ਸਾਹਿਬ ਤੋਂ ਅੱਗੇ ਖਾਨਰ ਜਾਂਦਾ ਨਗਰ, ਉੱਥੇ ਇੱਕ ਝੜੀ ਵਿੱਚ ਜੰਗਲ ਵਿੱਚ ਜਾ ਕੇ ਬੈਠ ਗਏ। ਰੌਣਕਾਂ ਲੱਗ ਗਈਆਂ। ਪਰ ਇੱਧਰ ਜਦੋਂ ਜੋਗੀ ਤਪਸਵੀ ਤਪਾ ਜਿਹੜਾ ਸੀ ਉਹ ਮਾਰਿਆ ਗਿਆ ਜ਼ਿਮੀਂਦਾਰਾਂ ਦੇ ਹੱਥੋਂ, ਕਿਉਂਕਿ ਮੀਂਹ ਨਾ ਪਵਾ ਸਕਿਆ। ਬਾਬਾ ਅਮਰਦਾਸ ਜੀ ਨੇ ਗੱਲ ਕਹੀ, ਜੇ ਮੀਂਹ ਪਾਉਣਾ ਤੇ ਜਿਸ ਪੈਲੀ ਵਿੱਚ ਤਪਾ ਜਾਏਗਾ ਨਾ ਉੱਥੇ ਮੀਂਹ ਪਏਗਾ। ਪਿੰਡ ਦੇ ਲੋਕਾਂ ਨੂੰ ਤੇ ਪਾਣੀ ਦੀ ਲੋੜ ਸੀ। ਉਹਨਾਂ ਨੇ ਤਪੇ ਨੂੰ ਕਿਹਾ ਬਾਹਰ ਆਓ, ਬਾਹਰ ਆਇਆ, ਬੱਦਲ ਆ ਗਏ। ਫਿਰ ਹਰ ਕੋ ਆਪਣੇ ਖੇਤ 'ਚ ਲਿਜਾਣ ਦੇ ਚੱਕਰ 'ਚ ਉਹਦੀ ਧੂਕ ਸੀਟ 'ਚ ਜੋਗੀ ਮਾਰਿਆ ਗਿਆ। ਸਤਿਗੁਰੂ ਜੀ ਨੂੰ ਪਤਾ ਲੱਗਾ, ਗੁਰੂ ਸਾਹਿਬ ਜੀ ਨੇ ਇਤਰਾਜ਼ ਜਤਾਇਆ ਕਿ ਗੁਰੂ ਘਰ 'ਚ ਇਹੋ ਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ ਹੈ। ਰੱਬ ਦੀ ਰਜ਼ਾ 'ਚ ਰਹਿਣਾ ਇਹ ਸਾਡਾ ਸਤਿਗੁਰੂ ਜੀ ਦਾ ਹੁਕਮ ਹੈ। ਰੱਬ ਦੇ ਪਿਆਰ ਨੂੰ ਉਹਦੀ ਰਜ਼ਾ 'ਚ ਲੈ ਕੇ ਮਾਣਿਆ ਜਾ ਸਕਦਾ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਸਨ। ਪਿੰਡ ਦੇ ਲੋਕਾਂ ਨੂੰ ਵੀ ਹੋਸ਼ ਆਈ, ਪਤਾ ਲੱਗਾ ਕਿ ਅਸੀਂ ਜੋ ਕੁਝ ਕੀਤਾ ਇਹ ਠੀਕ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਇੰਨੇ ਮਹਾਨ ਨੇ ਤੇ ਗੁਰੂ ਸਾਹਿਬ ਜੀ ਕਿੰਨੇ ਮਹਾਨ ਹੋਣਗੇ। ਉਹ ਫਿਰ ਸਤਿਗੁਰੂ ਜੀ ਕੋਲ ਜਾ ਕੇ ਬੇਨਤੀ ਕਰਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਵਾਪਸ ਆਪਣੇ ਨਗਰ 'ਚ ਲਿਆਉਣ ਦੀ ਗੱਲ ਕਰ ਰਹੇ ਨੇ। ਜਿਵੇਂ ਸਤਿਗੁਰੂ ਜੀ ਆਉਣਗੇ, ਰਸਤੇ 'ਚ ਵੀ ਸੰਗਤਾਂ ਨੂੰ ਉਤਾਰਦੇ ਹੋਏ ਖੰਡੂਰ 'ਚ ਪਹੁੰਚਣਗੇ। ਇਹ ਵਾਰਤਾ ਆਪਾਂ ਨੇ ਅੱਜ ਸਰਵਣ ਕਰਨੀ ਹੈ। ਆਓ ਗੁਰੂ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭਨ ਜਾਏ ਪਦ ਬੰਦਨ ਠਾਨੀ, ਬਿਨਤੀ ਜੁਗਤ ਬਖਾਨੀ ਬਾਨੀ। ਖੰਡੂਰ ਦੇ ਰਹਿਣ ਵਾਲੇ ਜ਼ਿਮੀਂਦਾਰਾਂ ਨੇ ਸਤਿਗੁਰੂ ਜੀ ਕੋਲ ਆ ਕੇ ਸਾਰਿਆਂ ਨੇ ਬੇਨਤੀ ਕੀਤੀ, ਹੱਥ ਜੋੜ ਕੇ ਗੁਰੂ ਚਰਨਾਂ ਤੇ ਨਮਸਕਾਰ ਕਰਕੇ। ਸ਼੍ਰੀ ਗੁਰ ਹਮਨੇ ਭੇਦ ਨ ਪਾਏਵ, ਸਭ ਕੋ ਜੋਗੀ ਤਪੇ ਭੁਲਾਏਵ। ਸਤਿਗੁਰੂ ਜੀ ਅਸੀਂ ਤੁਹਾਡੀ ਵਡਿਆਈ ਜਾਣ ਨਹੀਂ ਸਕੇ, ਸਾਨੂੰ ਤੇ ਉਸ ਜੋਗੀ ਨੇ ਭਰਮਾ ਦਿੱਤਾ। ਧਰਮ ਦੀ ਦੁਨੀਆ 'ਚ ਨਾ ਭਰਮਾਂ 'ਚ ਪਾਉਣ ਵਾਲੇ ਬਹੁਤ ਨੇ, ਧਰਮ ਦੱਸਣ ਵਾਲੇ ਘੱਟ ਨੇ। ਭਰਮ ਕਈ ਤਰ੍ਹਾਂ ਦੇ ਭਰਮ ਖੜੇ ਕਰਨੇ, ਵਹਿਮ ਖੜੇ ਕਰਨੇ, ਲੋਕਾਂ ਨੂੰ ਅੰਧ ਵਿਸ਼ਵਾਸਾਂ 'ਚ ਪਾ ਦੇਣਾ। ਔਰ ਦੁਨੀਆ ਵੀ ਬੜੀ ਖੁਸ਼ ਹੁੰਦੀ, ਕੋਈ ਨਾ ਭਰਮ ਜੀ ਦੀ ਗੱਲ ਦੱਸੋ ਤੇ ਬੜੇ ਲੋਕ ਖੁਸ਼ ਹੁੰਦੇ ਨੇ ਕਿ ਇਹ ਗੱਲ ਵਧੀਆ। ਗਿਆਨ ਜਿਹੜਾ ਹੈ ਨਾ ਇਹ ਲੋਕਾਂ ਨੂੰ ਰੁੱਖਾ ਲੱਗਦਾ ਹੈ। ਗਿਆਨ ਦੀ ਗੱਲ ਕੋਈ ਵਿਰਲੇ ਸੁਣਨਾ ਚਾਹੁੰਦੇ ਨੇ। ਇਹੀ ਕਾਰਨ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਜਿੱਧਰ ਕਰਮਕਾਂਡੀ ਲੋਕ ਗਏ ਉਧਰ ਤੇ ਭੀੜਾਂ ਹੀ ਲੱਗ ਗਈਆਂ। ਪੰਡਿਤ ਦਾ ਅਰਥ ਬੜੇ ਸਿਆਣੇ ਚਤਰ ਚਲਾਕ ਲੋਕ ਜਿਹੜੇ ਨੇ ਧਰਮ ਦੀ ਦੁਨੀਆ 'ਚ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਹਲਵਾ ਮੰਡਾ ਚੰਗਾ ਚਲਾ ਰਹੇ ਨੇ। ਅੱਜ ਵੀ ਬਹੁਤ ਨੇ, ਹਮੇਸ਼ਾ ਹੀ ਰਹਿੰਦੇ ਨੇ। ਉਧਰ ਤੇ ਭੀੜਾਂ ਹੀ ਤੁਰੀਆਂ ਚਲੀਆਂ ਜਾਂਦੀਆਂ ਨੇ। ਪਰ ਇੱਕ ਅਵਕੜ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਅਵਕੜ ਦਾ ਅਰਥ ਹੁੰਦਾ ਔਖੀ ਘਾਟੀ। ਕਹਿਣ ਲੱਗੇ ਇਹ ਔਖਾ ਮਾਰਗ ਜਿਹੜਾ ਪਿਆਰ ਦਾ ਮਾਰਗ ਹੈ ਨਾ, ਇੱਧਰ ਤਾਂ ਕੋਈ ਵਿਰਲਾ ਹੀ ਚੜ੍ਹਦਾ, ਭਾਗਾਂ ਵਾਲਾ ਚੜ੍ਹਦਾ ਹੈ। ਇਸ ਕਰਕੇ ਲੋਕੀ ਵੀ ਭਰਮਗੇ। ਜ਼ਿਮੀਂਦਾਰ ਸਨ, ਜ਼ਿਮੀਂਦਾਰਾਂ ਨੂੰ ਆਪਣੀ ਖੇਤੀ ਪਿਆਰੀ ਹੈ, ਖੇਤੀ ਲਈ ਪਾਣੀ ਪਿਆਰਾ ਹੈ। ਪਾਣੀ ਤੋਂ ਲੜ ਕੇ ਜ਼ਿਮੀਂਦਾਰ ਕਤਲ ਕਰ ਦਿੰਦੇ ਨੇ ਤੇ ਗੱਲ ਹੀ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੂੰ ਬਾਹਰ ਇਹਨਾਂ ਜੋਗੀ ਦੇ ਕਹਿਣ ਤੇ ਬਾਹਰ ਜਾਣ ਦੀ ਗੱਲ ਕਹੀ ਸੀ। ਹੁਣ ਪਛਤਾ ਰਹੇ ਨੇ, ਗੁਰੂ ਸਾਹਿਬ ਜੀ ਕੋਲ ਬੇਨਤੀ ਕਰੇ, ਮਰ ਜੋਗੀ ਨੇ ਸਾਨੂੰ ਭਰਮਾ ਦਿੱਤਾ ਹੈ। ਰਾਵਰ ਕੋ ਨਿੰਦਕ ਬੜ ਪਾਪੀ, ਧਨ ਲੋਭੀ ਮਨ ਕੂਰ ਸੰਤਾਪੀ। ਮਹਾਰਾਜ ਜੀ ਉਹ ਤੁਹਾਡਾ ਨਿੰਦਕ ਹੈ, ਵੱਡਾ ਪਾਪੀ ਸੀ, ਧਨ ਦਾ ਉਹ ਲੋਭੀ ਸੀ ਤੇ ਝੂਠ ਬੜਾ ਬੋਲਦਾ ਸੀ। ਲੋਕਾਂ ਨੂੰ ਕੇਵਲ ਉਹ ਦੁੱਖ ਹੀ ਦੇਣ ਵਾਲਾ, ਸੁੱਖ ਕੋਈ ਦਿੱਤਾ ਹੀ ਨਹੀਂ ਉਸਨੇ। ਦੁਰਮਤ ਖੋਟ ਕਰਮ ਕੀਏ, ਜੇਤਕ ਤਾਤ ਕਾਲ ਫਲ ਪਾਇਓ ਤੇਤਕ। ਜੋ ਉਹਨੇ ਖੋਟੇ ਕਰਮ ਕੀਤੇ ਮਹਾਰਾਜ ਉਹਨਾਂ ਦਾ ਉਹਨੇ ਫਲ ਪਾ ਲਿਆ। ਦਰਅਸਲ ਬੰਦਾ ਆਪਣੇ ਸਵਾਰਥ ਦੀ ਖਾਤਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਮਾਰ ਲੈਂਦਾ ਹੈ। ਤੁਸੀਂ ਰਾਜਨੀਤੀ ਦੀ ਦੁਨੀਆ 'ਚ ਵੇਖੋ ਤੇ ਜਾਂ ਧਰਮ ਦੀ ਦੁਨੀਆ 'ਚ ਦੇਖੋ, ਜਿਹੜੇ ਲੋਕੀ ਕੇਵਲ ਗੁੰਮਰਾਹ ਕਰਕੇ ਆਪਣੇ ਮਗਰ ਖੁਸ਼ਾਮਦੀ ਲੋਕਾਂ ਨੂੰ ਲਗਾ ਲੈਂਦੇ ਨੇ ਜਾਂ ਉਹਨਾਂ ਕਰਕੇ ਕੰਮ ਕਰਦੇ ਨੇ, ਉਹ ਉਹਨਾਂ ਦੇ ਹੱਥੋਂ ਹੀ ਮਾਰੇ ਜਾਂਦੇ ਨੇ। ਇਹ ਜ਼ਿਆਦਾਤਰ ਰਾਜਨੀਤੀ 'ਚ ਵੀ ਹੁੰਦਾ ਹੈ ਤੇ ਧਰਮ ਦੀ ਦੁਨੀਆ 'ਚ ਵੀ ਹੁੰਦਾ ਹੈ। ਇਸ ਕਰਕੇ ਗੁਰਬਾਣੀ ਨੇ ਸਾਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਗੱਲ ਕਹੀ ਹੈ। ਕਹਿਣ ਲੱਗੇ ਕਿ ਮਹਾਰਾਜ ਉਹ ਪਾਪੀ ਨੇ ਆਪਣੀ ਕੀਤੀ ਦਾ ਫਲ ਪਾ ਲਿਆ ਹੈ। ਸ਼ਰਨ ਪਰੇ ਹਮ ਰਾਹਕ ਸਾਰੇ, ਸ਼ਮੋ ਗੁਰੂ ਤੁਮ ਮਹਿ ਦਿਉਦਾਰੇ। ਰਾਹਕ ਕਿਹਾ ਜਾਂਦਾ ਹੈ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ। ਅਸੀਂ ਸਾਰੇ ਹੀ ਜ਼ਿਮੀਂਦਾਰ ਕਿਸਾਨ ਤੁਹਾਡੀ ਸ਼ਰਨ 'ਚ ਆ ਗਏ ਹਾਂ, ਸਾਡੀ ਭੁੱਲ ਮਾਫ ਕਰ ਦਿਓ ਮਹਾਰਾਜ ਜੀ। ਕਿਉਂਕਿ ਦੇਖੋ ਇਹ ਭੋਲੇ ਲੋਕ ਨੇ, ਇਹ ਤਪਸਵੀ ਦੇ ਕੋ ਪ੍ਰੇਮੀ ਨਹੀਂ ਸਨ, ਜੋਗੀ ਦੇ ਪ੍ਰੇਮੀ ਨਹੀਂ ਸਨ। ਉਹਦੇ ਤੋਂ ਡਰਦੇ ਸਨ ਕਿ ਕਰਾਮਾਤੀ ਹੈ, ਕੋ ਕਰਾਮਾਤ ਦਿਖਾ ਕੇ ਸਾਡਾ ਨੁਕਸਾਨ ਨਾ ਕਰ ਦੇ। ਔਰ ਧਰਮ ਦੀ ਦੁਨੀਆ 'ਚ ਡਰਾ ਡਰਾ ਕੇ ਮੱਥੇ ਟਿਕਾਏ ਜਾਂਦੇ ਨੇ ਜ਼ਿਆਦਾ ਥਾਵਾਂ ਤੇ। ਕਿਸੇ ਥਾਂ ਦਾ ਪ੍ਰਚਾਰ ਏਜੰਟ ਰੱਖ ਕੇ ਕਰ ਦਿਓ ਕਿ ਥਾਂ ਬੜੀ ਪੱਕੀ ਹੈ, ਬੜੀ ਕਰਾਮਾਤੀ ਹੈ, ਇੱਥੇ ਮਨੋਕਾਮਨਾ ਪੂਰੀਆਂ ਹੋਣਗੀਆਂ, ਜੇ ਇੱਥੇ ਨਾ ਅੱਗੇ ਨੁਕਸਾਨ ਹੋਏਗਾ ਝਾਟੀ ਭੀੜ ਲੱਗ ਜਾਏਗੀ, ਦੁਨੀਆ ਡਰਦੀ ਉੱਥੇ ਜਾਣ ਲੱਗ ਪਏਗੀ। ਇਸ ਕਰਕੇ ਇਹ ਲੋਕੀ ਡਰਦੇ ਉਹਦੇ ਮਗਰ ਲੱਗੇ ਸਨ। ਤੇ ਹੁਣ ਇਹਨਾਂ ਦੇਖ ਲਿਆ ਕਿ ਜੋਗੀ ਤੇ ਐਵੇਂ ਹੀ ਸੀ। ਇੱਕ ਗੁਰੂ ਕੇ ਸਿੱਖ ਨਹੀਂ ਬਾਤ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਗੱਲ ਨਾ ਸਾਨੂੰ ਕਹਿ ਦੇਣ। ਇੰਨੇ ਮਹਾਨ ਨੇ ਜੇ ਗੁਰੂ ਕੇ ਸਿੱਖ, ਤੇ ਗੁਰੂ ਸਾਹਿਬ ਜੀ ਕੋ ਸਾਡੇ ਪ੍ਰਤੀ ਗੱਲ ਨਾ ਕਹਿ ਦੇਣ। ਇਸ ਕਰਕੇ ਡਰਦੇ ਗੁਰੂ ਸਾਹਿਬ ਜੀ ਕੋਲ ਹੁਣ ਆ ਗਏ। ਹੁਣ ਕੋਈ ਪਿਆਰ ਕਰਕੇ ਨਹੀਂ ਆਏ, ਹੁਣ ਵੀ ਡਰਦੇ ਹੀ ਆਏ ਨੇ ਕਿ ਗੁਰੂ ਸਾਹਿਬ ਜੀ ਇੰਨੇ ਮਹਾਨ ਨੇ, ਕਿਤੇ ਸਾਡੇ ਲਈ ਕੋਈ ਇਹੋ ਜੀ ਗੱਲ ਨਾ ਕਹਿ ਦੇਣ ਕਿ ਸਾਡਾ ਨੁਕਸਾਨ ਹੋ ਜਾਏ। ਸੁਨ ਸਤ ਗੁਰ ਦੇਸ਼ ਬਿਖ ਬਿਕਸੈ, ਬਾਕ ਸੁਦਾ ਸਸ ਮੁਖ ਤੇ ਨਿਕਸੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਬੜੇ ਮਿੱਠੇ ਬਚਨ ਸਤਿਗੁਰੂ ਜੀ ਨੇ ਕਿ ਇਹਨਾਂ ਨੂੰ ਕੋਈ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ, ਕੋਈ ਇਹਨਾਂ ਦੇ ਪ੍ਰਤੀ ਸਤਿਗੁਰੂ ਜੀ ਨੇ ਰੁੱਖਾਪਣ ਨਹੀਂ ਦਿਖਾਇਆ ਕਿ ਇਹਨਾਂ ਨੇ ਸਾਡੇ ਨਾਲ ਵਿਹਾਰ ਕੀਤਾ ਹੈ।
ਅੰਮ੍ਰਿਤਮਈ ਬਚਨ ਸਤਿਗੁਰੂ ਜੀ ਨੇ ਇਹਨਾਂ ਨੂੰ ਕਹੇ ਹਨ। ਸਭ ਜਗ ਮਿਥਿਆ ਰੂਪ ਨਹਿਰੈ, ਕਮ ਹਮ ਕਾਹੂ ਸੰਗ ਬੈਰ ਨ ਕਰੈ। ਸਤਿਗੁਰੂ ਜੀ ਕਹਿਣਗੇ ਤੇ ਸਾਰਾ ਜਗਤ ਹੀ ਮਿਥਿਆ ਹੈ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਭਾਈ। ਜੋ ਤੁਸੀਂ ਵਿਹਾਰ ਕੀਤਾ ਉਹ ਤੁਹਾਡਾ ਆਪਣਾ ਸੁਭਾਅ ਹੋਏਗਾ, ਜੋਗੀ ਦਾ ਆਪਣਾ ਸੁਭਾਅ ਹੈ। ਸਤਿਗੁਰੂ ਜੀ ਕਹਿੰਦੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮਿਥਿਆ ਮਾਨ ਅਪਰ ਅਪਮਾਨ, ਹਰਖ ਸ਼ੋਕ ਹਮ ਨਾਹਿਨ ਠਾਨ। ਇਹ ਮਾਨ ਅਪਮਾਨ ਇਹ ਮਿਥਿਆ ਹੈ ਕਿ ਕਿਸੇ ਨੂੰ ਬੜਾ ਮਾਣ ਦੇਤਾ ਤੇ ਕਿਸੇ ਨੂੰ ਅਪਮਾਨ। ਜਿਹੜੇ ਰੱਬ ਦੇ ਪਿਆਰੇ ਨੇ ਹਰਖ ਸੋਗ ਜਾ ਕੇ ਨਹੀਂ ਬਹਿਰੀ ਮੀਤ ਸਮਾਨ। ਉਹਨਾਂ ਦੀਆਂ ਨਜ਼ਰਾਂ 'ਚ ਉਸਤ ਨਿੰਦਾ ਮਾਨ ਅਪਮਾਨ ਬਰਾਬਰ ਹੀ ਹੁੰਦਾ ਹੈ। ਇਸ ਕਰਕੇ ਜਦੋਂ ਇਹ ਜਗਤ ਹੀ ਮਿਥਿਆ ਹੈ, ਕੋਈ ਤੁਹਾਡੀ ਵਾਹਵਾ ਕਰ ਦਿਓ ਨਾ ਕੀ ਹੋ ਜਾਏਗਾ, ਕੋਈ ਨਾ ਕਰੇ ਜਾਂ ਅਪਮਾਨ ਕਰ ਦਿਓ ਉਹਦੇ ਨਾਲ ਕੀ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿਣਗੇ ਸਾਡੇ ਲਈ ਇਹ ਕੋਈ ਖਾਸ ਗੱਲ ਨਹੀਂ ਹੈ। ਕਰੇ ਕਰਮ ਜਸ ਤਸ ਫਲ, ਪਾਵੇ ਬੁਰਾ ਬਲਾ ਨਿਸ਼ਫਲ ਨ ਜਾਵੇ। ਇੱਕ ਗੱਲ ਜ਼ਰੂਰ ਹੈ ਕਿ ਜੋ ਜਿਹੋ ਜਿਹੇ ਕਰਮ ਕਰੇਗਾ ਉਹਦਾ ਫਲ ਤੇ ਉਹਨੂੰ ਮਿਲੇਗਾ ਹੀ। ਬਿਨਾਂ ਕਾਰਨ ਤੋਂ ਕਿਸੇ ਦਾ ਅਪਮਾਨ ਕਰੇਗਾ ਤੇ ਅਪਮਾਨ ਕਰਨ ਵਾਲੇ ਦਾ ਕੋਈ ਮਾਣ ਨਹੀਂ ਬਣ ਜਾਏਗਾ। ਗੁਰਬਾਣੀ ਨੇ ਗੱਲ ਕੀ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ। ਤੇ ਉਹ ਲੋਕ ਜਿਹੜੇ ਕਿਸੇ ਦਾ ਬੁਰਾ ਹੀ ਨਹੀਂ ਸੋਚਦੇ, ਨਿਰਵੈਰੇ ਸੰਗ ਜੇ ਵੈਰ ਰਚਾਏ, ਆਪਣੇ ਘਰ ਲੂਕੀ ਲਾਇਂਦਾ। ਨਿਰਵੈਰ ਪੁਰਖਾਂ ਦੇ ਨਾਲ ਜਿਹੜੇ ਵੈਰ ਕਰਦੇ ਨੇ ਉਹ ਆਪਣੇ ਨਾਲ ਵੈਰ ਕਰਦੇ ਨੇ। ਕਿਸੇ ਦਾ ਬੁਰਾ ਸੋਚਣ ਵਾਲੇ ਦਰਅਸਲ ਕਿਸੇ ਦਾ ਨਹੀਂ ਸੋਚਦੇ, ਆਪਣਾ ਹੀ ਬੁਰਾ ਸੋਚਦੇ ਨੇ। ਗੁਰਬਾਣੀ ਕਹਿੰਦੀ ਜੇ ਤੁਸੀਂ ਜ਼ਿੰਦਗੀ 'ਚ ਭਲਾ ਚਾਹੁੰਦੇ ਹੋ ਨਾ, ਫਿਰ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੁਹਾਨੂੰ ਕਦੀ ਦੁੱਖ ਹੀ ਨਹੀਂ ਆਏਗਾ। ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਕਿਸੇ ਦਾ ਬੁਰਾ ਕਰੋ ਨਾ, ਕਿਸੇ ਦਾ ਅਪਮਾਨ ਨਾ ਕਰੋ, ਕਿਸੇ ਦੇ ਬਾਰੇ ਤੁਸੀਂ ਬੁਰੀ ਗੱਲ ਸੋਚੋ ਹੀ ਨਾ। ਸਤਿਗੁਰੂ ਜੀ ਕਹਿਣਗੇ ਜਿਹੜਾ ਜੋ ਕਰੇਗਾ ਭਾਈ ਉਹੀ ਕੁਝ ਉਹਨੂੰ ਮਿਲਣਾ ਹੈ। ਇਹ ਪਰਮਾਤਮਾ ਦਾ ਇੱਕ ਵਿਧਾਨ ਹੈ। ਮਿਥਿਆ ਮੈਂ ਗਿਆਨੀ ਨੇ ਰਚੇ, ਸਾਚ ਸਰੂਪ ਬੀਚ ਨਿਤ ਮਚੇ। ਜਿਹੜੇ ਗਿਆਨਵਾਨ ਲੋਕ ਨੇ ਉਹ ਇਹ ਉਸਤਤ ਨਿੰਦਾ ਮਾਨ ਅਮਾਨ ਵਿੱਚ ਖਚਤ ਨਹੀਂ ਹੁੰਦੇ, ਉਹ ਤੇ ਸੱਚ ਦੇ ਮਾਰਗ ਤੇ ਚੱਲਦੇ ਹਨ। ਦੁਬਿਧਾ ਤੁਮ ਮੈਂ ਦੇਖੀ ਪੂਰ, ਹਮ ਤਿਆਗਿਓ ਤਬ ਕ੍ਰਾਮ ਖਡੂਰ। ਜਦੋਂ ਅਸੀਂ ਦੇਖਿਆ ਕਿ ਤੁਹਾਡੇ ਮਨ 'ਚ ਦੁਬਿਧਾ ਹੈ, ਭਾਵ ਤੁਸੀਂ ਜੋਗੀ ਦੀ ਗੱਲ ਮੰਨ ਕੇ ਸਾਡੇ ਪ੍ਰਤੀ ਇਸ ਤਰ੍ਹਾਂ ਦੀ ਭਾਵਨਾ ਰੱਖੀ, ਤੇ ਅਸੀਂ ਛੱਡ ਦਿੱਤਾ ਤੁਹਾਡਾ ਨਗਰ। ਤੁਹਾਨੂੰ ਅਸੀਂ ਨਹੀਂ ਠੀਕ ਲੱਗੇ, ਅਸੀਂ ਨਗਰ ਛੱਡ ਦਿੱਤਾ। ਤੁਹਾਡੇ ਨਾਲ ਝਗੜਾ ਕਾਹਦਾ ਸਾਡਾ ਹੈ। ਤੁਮ ਕੋ ਸੰਕਟ ਹੋਏ ਨਾ ਕੋਏ, ਬਸੋ ਸਦਨ ਮੈਂ ਸਭ ਸੁਖ ਜੋਏ। ਸਾਡੇ ਕਰਕੇ ਤੁਹਾਨੂੰ ਸੰਕਟ ਨਹੀਂ ਹੋਣਾ ਚਾਹੀਦਾ, ਤੁਸੀਂ ਸੁਖੀ ਵਸੋ, ਸਾਡੀ ਇਹ ਹਮੇਸ਼ਾ ਕਾਮਨਾ ਹੈ। ਇਸ ਕਰਕੇ ਅਸੀਂ ਤੁਹਾਡਾ ਨਗਰ ਛੱਡ ਦਿੱਤਾ ਤੁਹਾਡੇ ਸੁਖ ਦੇ ਲਈ। ਹਮ ਤੋ ਜੈ ਬੈਠੇ ਹਰ ਖਾਵੇ, ਕਿਤ ਤੇ ਪਾਏ ਨ ਕਿਤੋਂ ਗਵਾਵੇ। ਬਾਕੀ ਅਸੀਂ ਜਿੱਥੇ ਬੈਠਣਾ ਹੈ ਉੱਥੇ ਹੀ ਆਨੰਦ ਬਣ ਜਾਣਾ ਹੈ। ਦੇਖੋ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਬੈਠ ਗਏ ਉੱਥੇ ਹੀ ਰੋਟੀ ਪਾਣੀ ਮਿਲ ਹੀ ਜਾਣਾ ਹੈ। ਸਾਨੂੰ ਕਾਹਦੀ ਪਰੇਸ਼ਾਨੀ, ਉੱਥੇ ਹੀ ਆਨੰਦ ਹੈ। ਜਿੱਥੇ ਪ੍ਰਮਾਤਮਾ ਰੱਖੇ ਉੱਥੇ ਆਨੰਦ ਹੈ। ਹਾਨ ਲਾਭ ਹਮਰੇ ਕਿਮ ਨਾਹੀ, ਮੰਗਲ ਹੈ ਇਸ ਜੰਗਲ ਮਾਹੀ। ਇਹ ਤੇ ਉਹਨਾਂ ਲੋਕਾਂ ਨੂੰ ਹੁੰਦਾ ਹੈ ਕਿ ਜੇ ਅਸੀਂ ਉਹ ਝਾੜ 'ਚ ਬੈਠੇ ਤੇ ਸਾਨੂੰ ਲੋਕਾਂ ਨੇ ਮੱਥੇ ਨਹੀਂ ਟੇਕਣੇ, ਸਾਡੇ ਕੋਲ ਆਉਣਾ ਨਹੀਂ ਹੈ ਕਿਸੇ ਨੇ। ਉਹ ਬੜਾ ਟਿਕਾਣਾ ਵਧੀਆ ਜਗ੍ਹਾ ਤੇ ਬਣਾਉਂਦੇ ਨੇ ਜਿੱਥੇ ਆਵਾਜਾਈ ਹੋਏ, ਲੋਕਾਂ 'ਚ ਉਹਨਾਂ ਦਾ ਨਾਂ ਚੱਲਦਾ ਰਹੇ। ਸਤਿਗੁਰੂ ਜੀ ਕਹਿੰਦੇ ਅਸੀਂ ਇਸ ਚੀਜ਼ 'ਚੋਂ ਕੀ ਲੈਣਾ ਹੈ, ਅਸੀਂ ਤੇ ਜਿੱਥੇ ਪ੍ਰਮਾਤਮਾ ਬਿਠਾਏ ਉੱਥੇ ਬੈਠ ਜਾਂਦੇ ਹਾਂ। ਸੁਨ ਰਾਹਕ ਗਏ ਪਦ ਅਰਬਿੰਦ, ਸ਼ਿਮੋ ਸ਼ਿਮੋ ਤੁਮ ਰੂਪ ਗੋਬਿੰਦ। ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਜ਼ਿਮੀਂਦਾਰਾਂ ਨੇ ਗੁਰੂ ਚਰਨਾਂ ਤੇ ਨਮਸਕਾਰ ਕਰਦਿਆਂ ਇੱਕ ਬੇਨਤੀ ਕੀਤੀ, ਮਹਾਰਾਜ ਤੁਸੀਂ ਤੇ ਰੱਬ ਦਾ ਹੀ ਰੂਪ ਹੋ, ਕਿਰਪਾ ਕਰਕੇ ਸਾਡੀ ਭੁੱਲ ਮਾਫ ਕਰ ਦਿਓ। ਸਾਡੇ ਕੋਲ ਬਹੁਤ ਵੱਡੀ ਅਵਗਿਆ ਹੋਈ ਹੈ, ਅਸੀਂ ਤੁਹਾਡਾ ਨਰਾਦਰ ਕੀਤਾ ਹੈ। ਚੱਲ ਕੇ ਗ੍ਰਾਮ ਪ੍ਰਵੇਸ਼ਨ ਕੀਜੈ, ਤਿਆਗ ਗਿਆਨ ਨਿਜ ਥਾਨ ਬਸੀਜੈ। ਕਿਰਪਾ ਕਰਕੇ ਤੁਸੀਂ ਨਗਰ ਵਿੱਚ ਆਓ ਮਹਾਰਾਜ, ਉਹ ਤੁਹਾਡਾ ਨਗਰ ਹੈ, ਉੱਥੇ ਚਰਨ ਪਾਓ, ਨਗਰ ਨੂੰ ਪਵਿੱਤਰ ਕਰੋ ਜੀ। ਬਿਰਧ ਸੰਭਾਰੋ ਸ਼ੀਲ ਕਿਰਪਾਲ, ਬਖਸ਼ ਦਿਓ ਅਪਰਾਧ ਵਿਸਾਲ। ਬਿਰਧ ਦਾ ਅਰਥ ਹੁੰਦਾ ਹੈ ਸੁਭਾਅ। ਇੱਕ ਹੁੰਦਾ ਬਿਰਧ, ਬਿਰਧ ਕਹਿੰਦੇ ਬੁੱਢੇ ਨੂੰ, ਬਜ਼ੁਰਗ ਨੂੰ। ਜਦੋਂ ਦੱਦਾ ਲੱਗ ਜੇ ਬਣ ਦਿੰਦਾ ਬਿਰਧ। ਬਿਰਧ ਮਿਲਣਾ ਸੁਭਾਅ, ਮੁੱਢ ਕਦੀਮੀ ਸੁਭਾਅ। ਤੁਹਾਡਾ ਇਹ ਬਿਰਧ ਹੈ ਕਿ ਤੁਸੀਂ ਬਖਸ਼ਿੰਦ ਹੋ, ਤੁਸੀਂ ਨਿਰਮਾਣ ਹੋ, ਤੁਸੀਂ ਭੁੱਲਾਂ ਨੂੰ ਮਾਫ ਕਰਨ ਵਾਲੇ ਹੋ, ਸਦ ਬਖਸ਼ਿੰਦ ਸਦਾ ਮਿਹਰਬਾਨ ਹੋ। ਤੁਸੀਂ ਆਪਣੇ ਬਿਰਧ ਅਨੁਸਾਰ ਸਾਨੂੰ ਮਾਫ ਕਰ ਦਿਓ ਜੀ, ਤੇ ਸਾਡੇ ਨਗਰ ਵਿੱਚ ਫਿਰ ਆ ਕੇ ਦਰਸ਼ਨ ਦੇਵੋ। ਬਿਹਸ ਗਿਓ ਪੁਨ ਸਹਿ ਸੁਭਾਏ, ਹਮਰੇ ਹਠ ਹੋਏ ਕਿ ਨਾ ਕਿਸ ਭਾਏ। ਮਹਾਰਾਜ ਜੀ
ਤੁਸੀਂ ਤੇ ਸਹਿਜ ਵਿੱਚ ਰਹਿਣ ਵਾਲੇ ਹੋ। ਸਾਡੀ ਬੇਨਤੀ ਹੈ ਕਿ ਸਾਨੂੰ ਇਹ ਗੱਲ ਠੀਕ ਨਹੀਂ ਲੱਗਦੀ, ਅਸੀਂ ਤੁਹਾਡੀ ਅਵੱਗਿਆ ਕੀਤੀ ਹੈ। ਤੁਸੀਂ ਸਾਡੇ ਨਗਰ ਚਾਹੋਗੇ ਤੇ ਤਾਂ ਸਾਨੂੰ ਖੁਸ਼ੀ ਹੋਵੇਗੀ। ਐ ਬੋ ਇਹਾਂ ਕਿ ਜੈ ਬੋ ਗ੍ਰਾਮ, ਇੱਕ ਸਮਵੈਰ ਕੇ ਬੈਠੇ ਧਾਮ। ਤੁਹਾਡੇ ਲਈ ਤਾਂ ਇਹ ਜੰਗਲ ਵੀ ਜਿਹੜਾ ਹੈ ਉਹ ਪਿੰਡ ਵਰਗਾ ਹੈ, ਤੇ ਪਿੰਡ 'ਚ ਵੀ ਤੁਸੀਂ ਜੰਗਲ ਵਾਂਗੂ ਰਹਿੰਦੇ ਹੋ। ਤੁਹਾਡੇ ਤੇ ਕੋਈ ਅਸਰ ਨਹੀਂ, ਕੋਈ ਫਰਕ ਨਹੀਂ ਹੈ, ਜਿੱਥੇ ਵੀ ਰਹੋ ਠੀਕ ਹੈ ਤੁਹਾਡੇ ਲਈ। ਜੇਕਰ ਤੁਮ ਪ੍ਰਸੰਨ ਸਮੁਦਾਏ, ਲੈ ਸੰਗ ਚਲੋ ਬਸੈ ਤਿਸ ਥਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ ਭਈ, ਤੁਸੀਂ ਆ ਹੀ ਗਏ ਹੋ, ਸਾਡੇ ਲਈ ਤਾਂ ਕੋਈ ਫਰਕ ਨਹੀਂ। ਜੇ ਤੁਸੀਂ ਪ੍ਰਸੰਨ ਹੋ, ਜੇ ਤੁਸੀਂ ਚਾਹੁੰਦੇ ਹੋ ਤੇ ਅਸੀਂ ਤੁਹਾਡੇ ਨਾਲ ਚੱਲ ਫਿਰਦੇ ਹਾਂ। ਅਸੀਂ ਇੱਥੇ ਵੀ ਆਨੰਦ 'ਚ ਹਾਂ, ਉੱਥੇ ਵੀ ਆਨੰਦ 'ਚ ਹਾਂ। ਤੁਸੀਂ ਹੁਣ ਕਹਿੰਦੇ ਹੋ ਖੁਸ਼ ਹੋ ਤੇ ਅਸੀਂ ਚੱਲ ਫਿਰਦੇ ਹਾਂ। ਵਿਦਨ ਖੇਦ ਹਮਰੇ ਕਿਛ ਨਾਹੀ, ਸਮੋ ਬਿਤਾਵੇ ਬੈਠੇ ਜਾਹੀ। ਬਿਦ ਨਖੇਦ, ਬਿਦ ਦਾ ਅਰਥ ਹੁੰਦਾ ਹੈ ਕਿ ਐਸ ਵਿਧੀ ਨਾਲ ਰਹਿਣਾ ਹੈ, ਇੱਥੇ ਰਹਿਣਾ ਹੈ, ਇਹ ਕੁਝ ਚਾਹੀਦਾ ਹੈ। ਤੇ ਨਖੇਦ ਹੁੰਦਾ ਕਿ ਇਹ ਕੁਝ ਨਹੀਂ ਚਾਹੀਦਾ, ਐਦਾਂ ਨਹੀਂ ਰਹਿਣਾ ਅਸੀਂ। ਇਹ ਹੁੰਦਾ ਨਖੇਦ ਕਿ ਇਹ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ, ਇਹੋ ਜਿਹਾ ਵਾਤਾਵਰਨ ਨਹੀਂ ਚਾਹੀਦਾ, ਇਹੋ ਜਿਹੇ ਲੋਕ ਨਹੀਂ ਚਾਹੀਦੇ। ਸਤਿਗੁਰੂ ਜੀ ਕਹਿਣਗੇ ਬਿਦ ਨਖੇਦ ਵਾਲੀ ਭਾਵਨਾ ਸਾਡੇ 'ਚ ਨਹੀਂ ਹੈ। ਇਹ ਤੇ ਜਿੱਥੇ ਵਾਹਿਗੁਰੂ ਕਿਰਪਾ ਕਰਕੇ ਰੱਖੇ ਅਸੀਂ ਉੱਥੇ ਆਨੰਦ 'ਚ ਹਾਂ। ਇਸ ਕਰਕੇ ਸਮਾਂ ਬਤੀਤ ਕਰਨਾ ਹੈ, ਅਸੀਂ ਤੇ ਆਪਣੇ ਰੱਬ ਦੇ ਰੰਗ 'ਚ ਜੁੜ ਕੇ ਜਿੱਥੇ ਵੀ ਰਹੇ ਬਤੀਤ ਕਰ ਲੈਣਾ ਹੈ। ਸੁਨ ਹਰਖੇ ਨਾਰੇ ਔਰ ਸਮੁਦਾਈ, ਕਹਿ ਕਰ ਸਤਿਗੁਰ ਲਿਏ ਉਠਾਈ। ਇਹ ਸੁਣ ਕੇ ਉਹ ਪਿੰਡ ਦੇ ਲੋਕ ਪ੍ਰਸੰਨ ਹੋ ਗਏ ਜਦੋਂ ਸਤਿਗੁਰੂ ਜੀ ਨੇ ਕਹਿਤਾ ਠੀਕ ਹੈ ਤੁਸੀਂ ਕਹਿੰਦੇ ਤੇ ਚੱਲ ਫਿਰਦੇ ਹਾਂ। ਤੇ ਇਸ ਤਰ੍ਹਾਂ ਬੇਨਤੀ ਕਰਕੇ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਲੰਗ ਨੂੰ ਚੁੱਕ ਲਿਆ ਆਪਣੇ ਸਿਰਾਂ ਦੇ ਉੱਪਰ। ਸਿੱਖਿਆਨ ਸਿਰ ਭਰਿਆ ਕੋ ਚਵਾਏ, ਅਪਰ ਵਸਤ ਕਛ ਲੈ ਗਮਨਾਏ। ਸਿੱਖਾਂ ਨੇ ਸਤਿਗੁਰੂ ਜੀ ਦੇ ਪਲੰਗ ਨੂੰ ਆਪਣੇ ਸਿਰ ਤੇ ਉਠਾ ਲਿਆ। ਹੋਰ ਵੀ ਜੋ ਵਸਤੂਆਂ ਸਨ, ਸਾਜੋ ਸਮਾਨ ਸੀ, ਉਹ ਇਕੱਤਰ ਕਰ ਲਿਆ। ਸ਼੍ਰੀ ਅੰਗਦ ਕੇ ਸੰਗ ਸਿਧਾਰੇ, ਸਿੱਖੇ ਜਾਟ ਸਗਲੇ ਪਰਵਾਰੇ। ਤੁਹਾਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਚੱਲ ਪਏ ਸਿੱਖ, ਔਰ ਸਾਰਾ ਹੋਰ ਸੰਗ ਸਾਥ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੇ ਨਾਲ ਚੱਲ ਪਿਆ। ਉਸ ਵੇਲੇ ਮਾਰਗ ਚਲੇ ਆਏ ਗੁਰ ਸੁਆਮੀ, ਸਮਚਿਤ ਆਨੰਦ ਅੰਤਰ ਜਾਮੀ। ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੇ ਸਮਚਿਤ, ਹਮੇਸ਼ਾ ਸਮ ਦ੍ਰਿਸ਼ਟੀ 'ਚ ਰਹਿਣ ਵਾਲੇ, ਜਿਹਨੂੰ ਆਪਾਂ ਕਹਿੰਦੇ ਸਹਿਜ ਵਿੱਚ ਰਹਿਣ ਵਾਲੇ। ਜਿਵੇਂ ਅਸੀਂ ਦੁਨਿਆਵੀ ਲੋਕ ਕਦੀ ਬੜੇ ਖੁਸ਼, ਕਦੀ ਬੜੇ ਉਦਾਸ, ਕਦੀ ਬੜੇ ਅਸੀਂ ਦਿਆਲੂ, ਕਦੀ ਬੜੇ ਕੰਜੂਸ, ਕਦੀ ਬੜੇ ਗੁੱਸੇ 'ਚ, ਕਦੀ ਬੜੇ ਨਿਰਮਾਣ। ਇਹ ਅਨਬੈਲੈਂਸ ਦੀ ਅਵਸਥਾ ਹੈ। ਜਿਹੜਾ ਸਹਿਜ ਵਿੱਚ ਰਹਿੰਦਾ, ਸਹਿਜ ਦਾ ਅਰਥ ਹੈ ਜ਼ਿੰਦਗੀ ਦਾ ਬੈਲੈਂਸ। ਹਰ ਵੇਲੇ ਇੱਕੋ ਹੀ ਰੰਗ 'ਚ ਰਹਿਣਾ, ਹਮੇਸ਼ਾ ਚਾਅ 'ਚ ਰਹਿਣਾ, ਸਾਰੇ ਦੇ ਨਾਲ ਪਿਆਰ 'ਚ ਰਹਿਣਾ, ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਬੁਰਾ ਨਹੀਂ, ਕੋਈ ਚੰਗਾ ਕੇ ਮਾੜਾ ਕੇ। ਔਰ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਰਹਿਤ ਨੂੰ ਧਰਤੀ ਦੇ ਨਾਲ ਤੁਲਨਾ ਦਿੱਤੀ। ਧਰਤੀ ਹੈ ਨਾ ਜਿਵੇਂ ਬੜੀ ਧੀਰਜ ਵਾਲੀ, ਜਿਵੇਂ ਪਾਣੀ ਸਾਹ ਕਦੀ ਮੈਲਾ ਨਹੀਂ ਹੁੰਦਾ, ਜਿਵੇਂ ਸੂਰਜ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਦਾ, ਇਵੇਂ ਰੱਬ ਦੇ ਪਿਆਰਿਆਂ ਦਾ ਸੁਭਾਅ ਹੈ। ਉਹ ਹਮੇਸ਼ਾ ਸਮ ਦ੍ਰਿਸ਼ਟੀ ਵਿੱਚ ਰਹਿੰਦੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਹਮੇਸ਼ਾ ਸਮਚਿਤ ਆਨੰਦ 'ਚ ਰਹਿਣ ਵਾਲੇ ਅੰਤਰਜਾਮੀ ਸਤਿਗੁਰੂ ਜੀ ਚੱਲ ਪਏ ਹਨ। ਪੰਥ ਵਿਖੇ ਭੈਰੋਪੁਰ ਗ੍ਰਾਮੋ, ਖੀਓ ਭੱਲੇ ਗੋਦੈ ਧਾਮੋ। ਰਸਤੇ ਵਿੱਚ ਇੱਕ ਪਿੰਡ ਆਇਆ ਭੈਰੋਪੁਰ। ਇੱਥੇ ਇੱਕ ਭਾਈ ਖੀਓ ਜੀ ਰਹਿੰਦੇ ਸਨ, ਭੱਲਿਆਂ 'ਚੋਂ ਇਸ ਪਿੰਡ ਵਿੱਚ ਰਹਿਣ ਵਾਲੇ ਸਨ। ਇਹ ਸੁਨਿਆ ਗਮਨ ਸਤਿਗੁਰੂ ਕੇਰਾ, ਮਿਲਿਓ ਆਨ ਕਰ ਭਾਓ ਕਨੇਰਾ। ਇਹਨੂੰ ਪਤਾ ਲੱਗਾ ਕਿ ਗਰੀਬ ਨਵਾਜ ਸਤਿਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਆ ਰਹੇ ਨੇ, ਤੇ ਇਹ ਅੱਗੋਂ ਦੀ ਬੜੇ ਪਿਆਰ ਦੇ ਨਾਲ ਮਿਲਿਆ, ਬੜੀ ਸ਼ਰਧਾ ਇਹਨੇ ਪ੍ਰਗਟ ਕੀਤੀ। ਬਹੁ ਬਿਨਤੀ ਜੁਤ ਬੰਧਨ ਕਰੀ, ਕੈਦ ਬਇਓ ਸਫਲੀਏ ਘਰੀ। ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਅੱਜ ਦਾ ਤੇ ਦੇਣੀ ਬੜਾ ਸੁਭਾਗਾ ਹੈ। ਇਹ ਜਿਹੜੀ ਘੜੀ ਹੈ ਬਹੁਤ ਭਾਗਾਂ ਵਾਲੀ ਹੈ। ਤੁਸੀਂ ਸਾਡੇ ਨਗਰ ਵਿੱਚ ਆ ਰਹੇ, ਸਾਡੇ ਨਗਰ ਦੇ ਕੋਲੋਂ ਨਹੀਂ ਲੰਘ ਰਹੇ ਹੋ ਜੀ। ਦੇਖੋ ਆਪ ਮੈਂ ਲਿਆਉ ਆਹਾਰਾ, ਚਵੋ ਕਰਨਾ ਕਰਿਓ ਦਾਰਾ। ਮੇਰੀ ਬੇਨਤੀ ਹੈ ਹੱਥ ਜੋੜ ਕੇ, ਤੁਸੀਂ ਥੋੜਾ ਚਿਰ ਇਸ ਨਗਰ ਵਿੱਚ ਟਿਕੋ ਜੀ, ਵਿਸ਼ਰਾਮ ਕਰੋ। ਮੈਂ ਭੋਜਨ ਪਾਣੀ ਛਕਾਉਣਾ ਚਾਹੁੰਦਾ ਹਾਂ ਸੰਗਤਾਂ ਨੂੰ, ਤੁਹਾਨੂੰ ਭੋਜਨ ਛਕਾਉਣਾ ਚਾਹੁੰਦਾ ਹਾਂ। ਰਾਉ ਰੰਕ ਕੋ ਪਰਖਤ ਕੋਏ ਨਾ, ਸੰਸਰ ਜਾਣਤ ਹੋ ਤੁਮ ਦੋਏ ਨਾ। ਮਹਾਰਾਜ ਤੁਹਾਡੀਆਂ ਨਜ਼ਰਾਂ 'ਚ ਰਾਜਾ ਤੇ ਰੰਕ ਬਰਾਬਰ ਹੀ ਨੇ। ਇਹ ਨਹੀਂ ਕਿ ਰਾਜਿਆਂ ਦੇ ਘਰ 'ਚ ਜਾਣਾ ਤੇ ਗਰੀਬਾਂ ਦੇ ਘਰ 'ਚ ਨਹੀਂ ਜਾਣਾ। ਤੁਹਾਡੀਆਂ ਨਜ਼ਰਾਂ 'ਚ ਬਰਾਬਰ ਨੇ, ਔਰ ਤੁਸੀਂ ਸਾਰਿਆਂ ਨੂੰ ਬਰਾਬਰ ਦਾ ਪਿਆਰ ਦਿੰਦੇ ਹੋ ਜੀ। ਭਾਓ ਬਿਲੋਕੋ ਭੋਜਨ ਖਾਤੇ, ਲਾਲੋ ਘਰ ਸ਼੍ਰੀ ਨਾਨਕ ਜਾਤੇ। ਤੁਸੀਂ ਤੇ ਭਾਵਨਾ ਦੇਖਦੇ ਹੋ। ਸਤਿਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਚਲੇ ਗਏ,
ਉਹ ਇਲਾਕੇ ਦੇ ਹਾਕਮ ਦੇ ਬ੍ਰਹਮ ਭੋਜ ਨੂੰ ਸਤਿਗੁਰੂ ਜੀ ਨੇ ਠੁਕਰਾ ਦਿੱਤਾ, ਲਾਲੋ ਨੂੰ ਨਿਵਾਜ ਦਿੱਤਾ। ਦਿਜ ਬਾਹਜ ਬੈਸਨ ਕੀ ਤਜ ਕੇ ਸ਼ੂਦਰ ਸਦਨ ਮੈਂ ਅਚਵਰਜਤ ਤਿਆ ਕਰਕੇ। ਮਲਕ ਭਾਗੋ ਇਹ ਗੱਲ ਕਹਿੰਦਾ ਸੀ ਕਿ ਮੇਰੇ ਘਰ 'ਚ ਵੱਡੇ ਵੱਡੇ ਬ੍ਰਾਹਮਣ ਆਏ ਨੇ, ਸਾਧੂ ਮਹਾਤਮਾ ਆਏ ਨੇ, ਬੜੇ ਬੜੇ ਪਵਿੱਤਰ ਲੋਕ ਆਏ ਨੇ, ਤੇ ਭਾਈ ਲਾਲੋ ਜੀ ਦੇ ਪ੍ਰਤੀ ਉਸ ਵੇਲੇ ਦੇ ਸਮਾਜ ਦਾ, ਲੋਕਾਂ ਦਾ ਇੱਕ ਨਜ਼ਰੀਆ ਸੀ। ਲਾਲੋ ਜੀ ਕਿਰਤ ਕਰਨ ਵਾਲੇ, ਤੇ ਕਿਰਤੀ ਵਰਗ ਜਿੰਨਾ ਸੀ ਨਾ, ਜਿੰਨਾ ਵੀ ਕਿਰਤੀ ਵਰਗ ਸੀ ਉਹਨੂੰ ਸ਼ੂਦਰ ਕਿਹਾ ਜਾਂਦਾ ਸੀ। ਭਾਵੇਂ ਉਹ ਹਲ ਵਾਹੁਣ ਵਾਲਾ ਸੀ, ਭਾਵੇਂ ਉਹ ਤਰਖਾਣ ਦਾ ਕੰਮ ਕਰਨ ਵਾਲਾ ਸੀ, ਭਾਵੇਂ ਕੱਪੜੇ ਦਾ ਕੰਮ ਕਰਨ ਵਾਲਾ ਸੀ, ਭਾਵੇਂ ਚੰਮ ਦਾ ਕੰਮ ਕਰਨ ਵਾਲਾ ਸੀ। ਸਾਡੇ ਮੁਲਕ ਦੀ ਇਹ ਬਦਕਿਸਮਤੀ ਹੈ ਤੇ ਰਹੀ ਹੈ ਤੇ ਅਜੇ ਵੀ ਹੈ। ਇੱਥੇ ਕੰਮ ਕਰਨ ਵਾਲਿਆਂ ਨੂੰ ਨੀਵੇਂ ਸਮਝਿਆ ਜਾਂਦਾ ਹੈ, ਕੰਮ ਕਰਨ ਵਾਲਿਆਂ ਨੂੰ ਬਹੁਤਾ ਸਤਿਕਾਰ ਨਹੀਂ ਦਿੱਤਾ ਜਾਂਦਾ। ਜਿਹੜਾ ਬੰਦਾ ਵਿਹਲਾ ਰਹੇ ਨਾ ਬੜਾ ਮਾਣ ਮਹਿਸੂਸ ਕਰਦਾ ਹੈ। ਭ੍ਰਿਸ਼ਟਾਚਾਰ ਦੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ, ਔਰ ਇਹ ਗੱਲ ਸ਼ੁਰੂ ਕੀਤੀ ਧਾਰਮਿਕ ਲੋਕਾਂ ਨੇ। ਕਿੱਥੋਂ ਸ਼ੁਰੂ ਕੀਤੀ? ਇੱਥੇ ਦਾਨ ਪੁੰਨ ਕਰੋਗੇ ਅੱਗੇ ਸਵਰਗ ਮਿਲੇਗਾ, ਬੈਠੇ ਬਿਠਾਏ ਬੜੀਆਂ ਸੁੱਖ ਸਹੂਲਤਾਂ ਮਿਲਣਗੀਆਂ। ਹੁਣ ਜਿਹਨੂੰ ਇਹ ਲਾਰਾ ਲੱਗ ਗਿਆ ਉਹ ਕਹਿੰਦਾ ਇੱਥੇ ਵੀ ਮਿਲਣ, ਫਿਰ ਇੱਥੇ ਵੀ ਬੈਠੇ ਬਿਠਾਏ ਆਪਾਂ ਖਾਈ ਪੀ ਜਾਈਏ। ਔਰ ਇੱਥੇ ਵੀ ਆਪਾਂ ਦੇਖਦੇ ਹਾਂ ਜਿਵੇਂ ਕਿਵੇਂ ਪੈਸੇ ਦੇ ਨਾਲ, ਜੈਕ ਨਾਲ, ਚੈੱਕ ਦੇ ਨਾਲ ਸਰਕਾਰੀ ਨੌਕਰੀਆਂ ਲੈ ਲੈਂਦੇ ਨੇ, ਤੇ ਉਦੋਂ ਬਾਅਦ ਪਤਾ ਕੀ ਕਹਿੰਦੇ? ਕੰਮ ਕਰਨਾ ਨਹੀਂ ਪੈਂਦਾ, ਬਸ ਵਿਹਲੇ ਰਹੀਦਾ, ਮੌਜਾਂ ਮਾਣੀ ਦਾ ਕੰਮ ਹੈ ਕੋਈ ਨਹੀਂ, ਕਰਨੀਆਂ ਨੌਕਰੀਆਂ, ਮੋਟੀਆਂ ਤਨਖਾਹਾਂ ਲੈਣੀਆਂ। ਤੇ ਇਹ ਬੜੇ ਮਾਣ ਨਾਲ ਕਹਿਣਾ ਕੰਮ ਹੀ ਨਹੀਂ ਕੋਈ ਕਰਨਾ ਪੈਂਦਾ, ਵਿਹਲੇ ਰਹੀਦਾ, ਮੌਜਾਂ ਹੀ ਮਾਣੀ ਦੀਆਂ ਨੇ। ਜਿਸ ਮੁਲਕ ਦੇ ਵਿੱਚ ਵਿਹਲੇ ਰਹਿਣ ਨੂੰ ਮੌਜਾਂ ਮੰਨਣਾ ਕਿਹਾ ਜਾਂਦਾ ਹੈ, ਉਹ ਮੁਲਕ ਕਦੀ ਖੁਸ਼ਹਾਲ ਨਹੀਂ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਇਹੀ ਕਾਰਨ ਸਾਡੀ ਬਦਕਿਸਮਤੀ ਦਾ ਔਰ ਸਾਡੇ ਦੁੱਖਾਂ ਦਾ। ਇੱਥੇ ਕਿਰਤ ਕਰਨ ਨੂੰ ਉਲਾਮਾ ਸਮਝਿਆ ਜਾਂਦਾ ਹੈ। ਕੋਈ ਬੰਦਾ ਕਦੇ ਆਪਣੇ ਹੱਥੀਂ ਆਪਣਾ ਕੰਮ ਘਰ ਦਾ ਕਰਨ ਲੱਗ ਜੇ ਨਾ, ਤੁਸੀਂ ਕਰਕੇ ਦੇਖ ਲਓ, ਕਹਿਣਾ ਲੈ ਆਪ ਹੀ ਲੱਗਾ, ਉੱਥੋਂ ਕੋਈ ਨੌਕਰ ਚਾਕਰ ਲੈ ਆਉਣਾ ਸੀ। ਆਪ ਕੰਮ ਕਰਨਾ ਉਲਾਮਾ ਗਿਣਿਆ ਜਾਂਦਾ ਹੈ, ਆਪ ਕੰਮ ਕਰਨਾ ਨੀਵਾਂ ਗਿਣਿਆ ਜਾਂਦਾ। ਇਹੀ ਕਾਰਨ ਹੈ ਕਿ ਸਾਡੇ ਬੱਚੇ ਕੰਮ ਨਹੀਂ ਕਰਦੇ। ਜੇ ਆਪ ਕਰਾਂਗੇ, ਦਿਹਾੜੀ ਤੇ ਲੈ ਆਓ, ਅਸੀਂ ਕਿਉਂ ਕਰੀਏ? ਨੌਕਰ ਰੱਖ ਲਓ, ਅਸੀਂ ਕਿਉਂ ਕਰੀਏ? ਔਰ ਆਪ ਕੰਮ ਕਰਨਾ ਤੇ ਅਸੀਂ ਛੱਡੀ ਚਲੇ ਜਾਂਦੇ ਹਾਂ। ਉਹ ਬਾਹਰ ਦੀ ਗੱਲ ਛੱਡੋ, ਗੁਰੂ ਕੇ ਲੰਗਰਾਂ 'ਚ ਅੱਗੇ ਸੇਵਾ ਪਾਣੀ ਹੋ ਜਾਂਦਾ ਸੀ, ਹੁਣ ਉਹ ਵੀ ਬੰਦ, ਉਹ ਵੀ ਦਿਹਾੜੀ ਤੇ ਲੈ ਆਓ, ਰੋਟੀਆਂ ਪਕਾਉਣ ਵਾਲੇ ਹੁਣ ਤਾਂ ਆਪ ਕੰਮ ਨਹੀਂ ਨਾ ਕਰਨਾ ਸੀ। ਇਹੀ ਕਾਰਨ ਹੈ ਸਾਡੀਆਂ ਬਿਮਾਰੀਆਂ ਦਾ, ਇਹੀ ਕਾਰਨ ਹੈ ਸਾਡੇ ਪਛੜਨ ਦਾ। ਇੱਥੋਂ ਕਿਤੇ ਬੰਦਾ ਵਾਹਿਗੁਰੂ ਮਿਹਰ ਕਰੇ ਕੈਨੇਡਾ ਅਮਰੀਕਾ ਚਲਿਆ ਜਾਏ ਨਾ, ਤੇ ਉੱਥੇ ਕਿਤੇ ਕੰਮ ਨਾ ਮਿਲੇ ਤੇ ਫਿਰ ਦੇਖੋ ਉਹਦਾ ਚਿਹਰਾ ਨੂੰ ਪੁੱਛੋ ਕਿ ਬਾਸੀ ਬੜਾ ਬੁਰਾ ਹਾਲ ਆ, ਕੰਮ ਹੈ ਹੀ ਨਹੀਂ ਹੈ। ਇੱਥੇ ਕਹਿੰਦੇ ਜੀ ਕੰਮ ਕਰਨਾ ਹੀ ਨਹੀਂ ਹੈ। ਉੱਥੇ ਕੰਮ ਆਪਾਂ ਲੱਭਦੇ ਹਾਂ, ਉੱਥੇ ਕੰਮ ਕੋਈ ਮਿਲਦੇ, ਭਾਵੇਂ ਉੱਥੇ ਬਾਥਰੂਮ ਸਾਫ਼ ਕਰਨ ਦਾ ਮਿਲ ਜੇ, ਕਹਿੰਦੇ ਕੰਮ ਬੜਾ ਵਧੀਆ, ਪੈਸੇ $25 ਮਿਲਦੇ ਘੰਟੇ ਦੇ, ਬਹੁਤ ਵਧੀਆ ਕੰਮ ਹੈ। ਉੱਥੇ ਉਹੀ ਕੰਮ ਵਧੀਆ ਬਣ ਜਾਂਦਾ ਹੈ। ਇੱਥੇ ਆਪਣਾ ਬਾਥਰੂਮ ਸਾਫ਼ ਕਰਨਾ ਵੀ ਉਲਾਮਾ ਹੋ ਜਾਂਦਾ। ਆਪਣੇ ਬਾਥਰੂਮ ਆਪ ਸਾਫ਼ ਕਰ ਦਿਓ, ਆਪਣੇ ਬਰਤਨ ਆਪ ਮਾਂਜ ਦਿਓ। ਬਸ ਇਹ ਕਮਜ਼ੋਰੀ ਸਤਿਗੁਰੂ ਜੀ ਕੱਢਣਾ ਚਾਹੁੰਦੇ ਸਨ। ਇਸ ਕਰਕੇ ਭਾਈ ਲਹਿਣਾ ਜੀ ਦੇ ਅੱਗੇ ਇਮਤਿਹਾਨ ਪਾਈ ਲੈਣਿਆ, ਉਹ ਕੱਢ ਕੌਲਾ ਜਿਹੜਾ ਡਿੱਗਿਆ ਪਿਆ ਚਿੱਕੜ 'ਚ। ਕੌਲਾ ਕੱਢਣਾ ਕੋਈ ਪਹਾੜ ਦਾ ਕੰਮ ਨਹੀਂ ਸੀ। ਪਹਾੜ ਦਾ ਕੰਮ ਤਾਂ ਇਹ ਸੀ ਕਿ ਲਹਿਣਾ ਵੀ ਚੰਗੇ ਘਰਾਣੇ 'ਚੋਂ ਸੀ, ਵਧੀਆ ਕੱਪੜੇ ਪਾਏ ਸਨ। ਬਾਬਾ ਸ੍ਰੀ ਚੰਦ ਕਹਿੰਦੇ ਅਸੀਂ ਵੜੀਏ ਉੱਥੇ, ਕੋਈ ਨੌਕਰ ਚਾਕਰ ਕੋਈ ਸੇਵਾਦਾਰ ਵੜ ਜਾਏਗਾ, ਸਾਨੂੰ ਕੀ ਲੋੜ ਪਈ ਹੈ ਉੱਥੇ ਵੜਨ ਦੀ ਚਿੱਕੜ 'ਚ। ਭਾਈ ਲਹਿਣਾ ਜੀ ਨੇ ਮਾਰੀ ਛਾਲ ਤੇ ਕੱਢ ਲਿਆਂਦਾ। ਕਦੀ ਸਤਿਗੁਰੂ ਜੀ ਨੇ ਕੱਪੜੇ ਧੋਣ ਭੇਜਤਾ, ਕਦੀ ਸਤਿਗੁਰੂ ਜੀ ਨੇ ਰਾਤ ਨੂੰ ਕੰਧ ਉਸਾਰਨ ਦੀ ਗੱਲ ਕਹਿ ਦਿੱਤੀ। ਇਹ ਇਮਤਿਹਾਨ ਸਨ ਭਾਈ ਲਹਿਣਾ ਜੀ ਦੀ ਜ਼ਿੰਦਗੀ 'ਚ। ਪਾਸ ਹੋ ਗਏ ਕਿ ਭਾਈ ਲਹਿਣਾ ਜੀ ਦੇ ਨਜ਼ਰਾਂ ਸਾਰੇ ਸਮਦ੍ਰਿਸ਼ਟ ਨੇ, ਕਿਰਤ ਨੂੰ ਪਿਆਰ ਕਰਨ ਵਾਲੇ ਨੇ ਭਾਈ ਲਹਿਣਾ ਜੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਿਹਾ ਗਿਆ ਕਿ ਤੂੰ ਸ਼ੂਦਰ ਦੇ ਘਰ 'ਚ ਬੈਠਾ, ਭਾਈ ਲਾਲੋ ਦੇ ਘਰ 'ਚ। ਭਾਈ ਲਾਲੋ ਜੀ ਕਿਰਤੀ ਤੇ ਉਹਨਾਂ ਨੂੰ ਸ਼ੂਦਰ ਕਹਿੰਦੇ ਨੇ, ਤੇ ਵਿਹਲੜਾ ਨੂੰ ਕਹਿੰਦੇ ਬ੍ਰਾਹਮਣ ਨੇ। ਦਰਅਸਲ ਗੁਰਬਾਣੀ ਕਹਿੰਦੀ ਜਿਹੜਾ ਵਿਹਲੜ ਹੈ ਦਰਅਸਲ ਉਹ ਸ਼ੂਦਰ ਹੈ। ਵਿਹਲੜ ਜਿਹੜਾ ਉਹ ਕਦੀ ਪਵਿੱਤਰ ਨਹੀਂ ਹੋ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਸ ਲੱਗੀ, ਸਤਿਗੁਰੂ ਜੀ ਨੇ ਪਾਣੀ ਮੰਗਿਆ, ਨੇੜੇ ਸੇਵਾਦਾਰ ਕੋਈ ਨਹੀਂ ਸੀ, ਇੱਕ ਨੌਜਵਾਨ ਬੱਚਾ ਪਾਣੀ ਦਾ ਇੱਕ ਕੌਲਾ ਭਰ ਕੇ ਲੈ ਆਇਆ ਸਤਿਗੁਰੂ ਜੀ ਦੇ ਲਈ। ਸਤਿਗੁਰੂ ਜੀ ਜਦੋਂ ਪਾਣੀ ਪੀਣ ਲੱਗੇ ਕਹਿਣ ਲੱਗੇ ਕਾਕਾ ਤੇਰੇ ਹੱਥ ਬੜੇ ਨਰਮ ਜੇ ਨੇ, ਕੋਮਲ ਜੇ ਨੇ। ਕਹਿੰਦਾ ਜੀ ਕੰਮ ਹੀ ਨਹੀਂ ਕਦੀ ਕੀਤਾ ਇਸ ਕਰਕੇ। ਕਹਿੰਦੇ ਕਿਉਂ? ਕਹਿੰਦਾ ਬੜੇ ਨੌਕਰ ਚਾਕਰ ਨੇ, ਕੰਮ ਕਰਨ ਦੀ ਕੀ ਲੋੜ ਹੈ? ਸਤਿਗੁਰੂ ਜੀ ਨੇ ਪਾਣੀ ਡੋਲਤਾ, ਤੇਰੇ ਤੇ ਹੱਥਾਂ ਦਾ ਪਾਣੀ ਵੀ ਜ਼ਹਿਰ ਬਣ ਗਿਆ। ਜਿਹੜਾ ਵਿਹਲਾ ਬੰਦਾ ਹੈ ਨਾ, ਵਿਹਲਾ, ਉਹਦੇ ਹੱਥਾਂ ਦਾ ਪਾਣੀ ਵੀ ਜ਼ਹਿਰ ਬਣ ਜਾਂਦਾ ਹੈ। ਇਹ ਗੁਰੂ ਕਾ ਇਤਿਹਾਸ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਰਤ ਕਰਨ ਦੀ ਗੱਲ ਕਹੀ ਹੈ। ਕਿਰਤ ਕਰਦਿਆਂ ਸਰੀਰ ਵੀ ਤੰਦਰੁਸਤ ਹੁੰਦਾ ਹੈ, ਕਿਰਤ ਕਰਦਿਆਂ ਸਵੈਮਾਨ ਸਾਡੇ ਅੰਦਰ ਪੈਦਾ ਹੁੰਦਾ ਹੈ, ਕਿਰਤ ਕਰਦਿਆਂ ਸਾਡੇ ਅੰਦਰ ਕਈ ਗੁਣ ਆਉਂਦੇ, ਦ੍ਰਿੜਤਾ ਹੁੰਦੀ ਹੈ ਸਾਡੇ ਅੰਦਰ। ਇਵੇਂ ਕਹਿ ਲਓ ਕਿ ਡਿਸਪਲਿਨ 'ਚ ਰਹਿਣ ਦੀ ਭਾਵਨਾ ਹੁੰਦੀ ਹੈ। ਸੋ ਇਹ ਕਹਿ ਰਹੇ ਨੇ ਭਾਈ ਸਾਹਿਬ ਜੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸ਼ੂਦਰ ਦੇ ਘਰ 'ਚ ਬੈਠੇ ਹੋ,
ਜਿੱਥੇ ਬ੍ਰਾਹਮਣਾਂ ਦੀ ਸਭਾ ਉੱਥੇ ਆ ਕੇ ਕਿਉਂ ਨਹੀਂ ਬੈਠੇ? ਹੁਤੀ ਭੀਲਨੀ ਜਾਤ ਸਨਾਤ ਰਾਮਚੰਦਰ ਤਿਸ ਕੇ ਫਲ ਖਾਤ। ਗੁਰੂ ਨਾਨਕ ਸਾਹਿਬ ਜੀ ਨੇ ਉਹ ਸਭਾ ਜਿਹੜੀ ਸੀ ਠੁਕਰਾ ਦਿੱਤੀ। ਭਾਈ ਲਾਲੋ ਜੀ ਨੂੰ ਮਾਣ ਦਿੱਤਾ, ਉਹਨੂੰ ਭਾਈ ਕਿਹਾ। ਭਾਈ ਦਾ ਅਰਥ ਹੁੰਦਾ ਭਰਾ, ਭਾਈ ਦਾ ਅਰਥ ਭਰਾ। ਭਾਈ ਲਾਲੋ ਸਾਡਾ ਭਰਾ ਹੈ। ਭਾਈ ਲਫ਼ਜ਼ ਬੜਾ ਪਵਿੱਤਰ ਲਫ਼ਜ਼ ਹੈ। ਮੇਰੇ ਹਰ ਪ੍ਰੀਤਮ ਕੀ ਕੋ ਬਾਸ ਨਾਵੇਂ, ਸੋ ਭਾਈ ਸੋ ਮੇਰਾ ਵੀਰ। ਇਸ ਕਰਕੇ ਇੱਕ ਹੋਰ ਉਦਾਹਰਨ ਦਿੱਤੀ ਇਹਨੇ ਪਿਆਰ ਚ ਆ ਕੇ, ਕਹਿੰਦੇ ਕਿ ਰਾਮਚੰਦਰ ਜੀ ਨੇ ਭੀਲਣੀ ਦੇ ਬੇਰ ਖਾ ਲਏ ਸੀ ਉਹਦੇ ਪਿਆਰ ਨੂੰ ਦੇਖ ਕੇ। ਹਿਮ ਕੈ ਸਤਿਗੁਰ ਗ੍ਰਾਮ ਟਿਕਾਏ ਸਦਨ ਆਹਾਰ ਤਿਆਰ ਕਰਵਾਏ। ਇਸ ਤਰ੍ਹਾਂ ਕਹਿ ਕੇ ਇਸ ਵਿਅਕਤੀ ਨੇ ਗੁਰੂ ਚਰਨਾਂ 'ਚ ਅਰਦਾਸ ਕਰਕੇ ਸਤਿਗੁਰੂ ਜੀ ਨੇ ਟਿਕਾ ਲਿਆ। ਉਧਰ ਲੰਗਰ ਪਾਣੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਤੂਰਨ ਤਿਆਰੀ ਸਗਲ ਕਰਾਏ ਹਿਰਦੇ ਭਾਉ ਤਰ ਗੁਰ ਢਿਗ ਆਏ। ਬੜੀ ਜਲਦੀ ਦੇ ਨਾਲ ਸਾਰੀ ਤਿਆਰੀ ਕਰ ਲਈ। ਮਨ 'ਚ ਇਹ ਚਾਹ ਹੈ ਕਿ ਸਾਡੇ ਨਗਰ 'ਚ ਗੁਰੂ ਸਾਹਿਬ ਜੀ ਆਏ ਨੇ। ਦੇਖੋ ਭਾਵਨਾ ਹੈ ਨਾ, ਇੱਕ ਨਗਰ ਦੇ ਲੋਕੀ ਕਹਿੰਦੇ ਸਾਡੇ ਨਗਰ 'ਚੋਂ ਹੀ ਚਲੇ ਜਾਓ ਤੁਸੀਂ, ਇੱਕ ਨਗਰ ਦੇ ਲੋਕੀ ਸਾਡੇ ਕਹਿੰਦੇ ਵੱਡੇ ਭਾਗ ਤੁਸੀਂ ਸਾਡੇ ਨਗਰ 'ਚ ਆ ਗਏ ਹੋ। ਇਹ ਗਿਆਨ ਦੀ ਗੱਲ ਹੈ, ਇਹ ਭਾਵਨਾ ਦੀ ਗੱਲ ਹੈ। ਹਾਥ ਜੋੜ ਕਰ ਬਿਨੈ ਬਖਾਨੀ ਭੋਜਨ ਬਇਓ ਤਿਆਰ ਗੁਣ ਖਾਨੀ। ਹੱਥ ਜੋੜ ਕੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਕਿ ਇਹ ਗੁਣਾਂ ਦੀ ਖਾਨ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ, ਭੋਜਨ ਤਿਆਰ ਹੋ ਗਿਆ ਤੇ ਆਪ ਜੀ ਕਿਰਪਾ ਕਰਕੇ ਛਕਣ ਦੀ ਕਿਰਪਾਲਤਾ ਕਰੋ ਜੀ। ਪਾਦ ਅਰਬਿੰਦ ਸਦਨ ਮੁਝ ਪਾਈਏ ਸਭ ਸੰਗਤ ਆਪਣੇ ਸੰਗ ਲਿਆਈਏ। ਇਹ ਤੁਹਾਡੇ ਜੋ ਪਵਿੱਤਰ ਚਰਨ ਕਮਲ ਨੇ, ਅਰਬਿੰਦ ਕਿਹਾ ਜਾਂਦਾ ਹੈ ਕਮਲ ਨੂੰ, ਇਹ ਕਮਲ ਵਰਗੇ ਤੁਹਾਡੇ ਜਿਹੜੇ ਚਰਨ ਨੇ, ਕਿਰਪਾ ਕਰਕੇ ਘਰ ਦੇ ਵਿੱਚ ਪਾ ਦਿਓ, ਮੇਰੇ 'ਚ ਘਰ ਨੂੰ ਪਵਿੱਤਰ ਕਰ ਦਿਓ ਜੀ। ਸਾਰੀ ਸੰਗਤ ਨੂੰ ਨਾਲ ਲੈ ਕੇ ਆਵੋ ਜੀ। ਆਸਾ ਪੂਰਨ ਕਰੋ ਗੁਸਾਈ ਆਓ ਜਗ ਆਵਨ ਭਇਓ ਕਦਾਈ। ਸਤਿਗੁਰੂ ਜੀ ਤੇ ਅਚਾਨਕ ਹੀ ਆ ਗਏ ਤੁਸੀਂ, ਕਿਤੇ ਗਰੀਬਾਂ ਦੇ ਘਰ ਚ ਆਉਣਾ ਸੀ ਤੁਸੀਂ। ਮੇਰੀ ਆਸ ਪੂਰੀ ਕਰ ਦਿਓ, ਤੁਹਾਡੀ ਸੰਗਤ ਤੁਹਾਡੇ ਚਰਨ ਮੇਰੇ ਘਰ ਦੇ ਵਿੱਚ ਪੈ ਜਾਣ ਜੀ। ਭਾਉ ਜਾਨ ਤੇਰੇ ਦੇ ਕਨੇਰੇ ਚਲੇ ਸੰਗ ਜਿਸ ਭਾਗ ਬਡੇਰੇ। ਸਤਿਗੁਰੂ ਜੀ ਨੇ ਉਹਦੀ ਭਾਵਨਾ, ਉਹਦਾ ਪਿਆਰ ਦੇਖਿਆ ਤੇ ਉਸ ਭਾਗਾਂ ਵਾਲੇ ਵਿਅਕਤੀ ਦੇ ਨਾਲ ਗੁਰੂ ਸਾਹਿਬ ਜੀ ਚੱਲ ਪਏ। ਜਲ ਛਿਰਕਾਏ ਸੋ ਬਸਤਰ ਵਿਛਾਏ ਉੱਪਰ ਚੌਂਕੀ ਚਾਰ ਡਸਾਏ। ਬੜੇ ਪਿਆਰ ਦੇ ਨਾਲ ਘਰ ਦੇ ਵਿੱਚ ਇਹਨੇ ਛਿੜਕਾਓ ਕੀਤਾ, ਕਿਉਂਕਿ ਪਹਿਲਾਂ ਕੱਚੀਆਂ ਥਾਵਾਂ ਹੁੰਦੀਆਂ ਸਨ ਔਰ ਘਰ 'ਚ ਚੰਗੀ ਤਰ੍ਹਾਂ ਛਿੜਕਾਓ ਕਰਕੇ ਬੜਾ ਸੋਹਣਾ ਸਤਿਗੁਰੂ ਜੀ ਦੇ ਬੈਠਣ ਦੇ ਲਈ ਉੱਚਾ ਇਹਨੇ ਚੌਂਕੀ ਲਗਾਈ ਹੋਈ ਹੈ। ਤਿਸ ਪਰ ਬਸਤਰ ਬਹੋਰ ਵਿਛਾਵਾ ਸ਼੍ਰੀ ਅੰਗਦ ਕੋ ਤਹਾਂ ਬਿਠਾਵਾ। ਉਹਦੇ ਉੱਪਰ ਸੋਹਣੇ ਬਸਤਰ ਵਿਛਾ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਉੱਥੇ ਬਿਰਾਜਮਾਨ ਕੀਤਾ ਹੈ। ਥਾਲ ਵਿਸਾਲ ਕਿਰਪਾਲ ਅਗਾਰੀ ਖੀਰ ਖੰਡ ਗ੍ਰਦ ਉਪਰ ਡਾਰੀ। ਸਤਿਗੁਰੂ ਜੀ ਦੇ ਅੱਗੇ ਲਿਆ ਕੇ ਥਾਲ ਪਰੋਸਿਆ ਗਿਆ ਹੈ, ਸੋਹਣੀ ਖੀਰ ਬਣਾਈ ਗਈ ਹੈ ਮਿੱਠਾ ਪਾ ਕੇ। ਆਪਣੇ ਹੱਥ ਪਰੋਸਿਓ ਤਾਈ ਗੁਰੂ ਅਚੈ ਹਰਖੈ ਮਨ ਮਾਹੀ। ਆਪਣੇ ਹੱਥੀ ਸਤਿਗੁਰੂ ਜੀ ਦੇ ਅੱਗੇ ਇਹ ਭੋਜਨ ਪਰੋਸ ਰਿਹਾ ਹੈ ਔਰ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਛਕ ਰਹੇ ਹਨ। ਸਭ ਸੰਗਤ ਕੋ ਦਿਓ ਆਹਾਰਾ ਤ੍ਰਿਪਤਾਏ ਅਚ ਸਵਾਦਿਓ ਦਾਰਾ। ਸਾਰੀ ਸੰਗਤ ਨੂੰ ਭੋਜਨ ਛਕਾਇਆ ਗਿਆ ਹੈ, ਸਾਰਿਆਂ ਨੇ ਬੜੇ ਪਿਆਰ ਦੇ ਨਾਲ ਰੱਜ ਕੇ ਪ੍ਰਸ਼ਾਦ ਪਾਣੀ ਛਕਿਆ ਹੈ। ਸੀਤਲ ਪਾਨ ਕਰਵਾਏ ਸਭ ਹਰਖੇ ਮਨ ਬਾਸ਼ਿਤ ਪਾਵੇ। ਔਰ ਪਾਣੀ ਜਲ ਪਾਣੀ ਛਕਾਇਆ ਗਿਆ ਹੈ, ਸਾਰਿਆਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਿਆ ਹੈ। ਚੁਰੀ ਕੀ ਨਰ ਹੱਥ ਬੁਖਾਰੇ ਬਇਓ ਗੁਰੂ ਚਲ ਬੇ ਬੋ ਤਿਆਰੇ। ਹੱਥ ਧਵਾਏ ਗਏ, ਚੂਲੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਥੋਂ ਅੱਗੇ ਚੱਲ ਪਏ ਹਨ। ਤਬ ਸ਼੍ਰੀ ਅਮਰ ਦਿਓ ਵਰਤਾਹੂ ਹੋਏ ਸੰਤਤ ਤਬ ਬੜ ਸੁਖ ਪਾਹੂ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਨੂੰ ਫਿਰ ਬਖਸ਼ਿਸ਼ ਕੀਤੀ, ਭਾਈ ਤੇਰਾ ਪਰਿਵਾਰ ਬੜਾ ਖੁਸ਼ਹਾਲ ਰਹੇਗਾ, ਤੇਰੀ ਸੰਤਾਨ ਬੜੀ ਨੇਕ ਹੋਏਗੀ, ਜਿਹੋ ਜਿਹਾ ਤੇਰਾ ਸੁਭਾਅ ਹੈ ਤੇਰਾ ਖਾਨਦਾਨ ਬੜਾ ਵਧੀਆ ਰਹੇਗਾ। ਗਮਨ ਕੀਨ ਤਬ ਗ੍ਰਾਮ ਖਡੂਰ ਰਾਹ ਕਿਆਦਕ ਸੰਦਤ ਪੂਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਖੰਡੂਰ ਨਗਰ ਵੱਲ ਨੂੰ ਚੱਲ ਪਏ, ਨਾਲ ਉਹ ਪਿੰਡ ਦੇ ਜ਼ਿਮੀਂਦਾਰ ਵੀ ਹਨ। ਆਪਣੇ ਆਸਨ ਆਨ ਅਸੀਨੇ ਸੁਨਿਓ ਸਭਨ ਮਿਲ ਦਰਸ਼ਨ ਕੀਨੇ। ਸਤਿਗੁਰੂ ਜੀ ਆਪਣੇ ਆਸਨ ਤੇ ਆਪ ਬਿਰਾਜਮਾਨ ਹੋਏ। ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਗਏ ਨੇ, ਸਾਰੇ ਹੀ ਗੁਰੂ ਕੇ ਦੀਦਾਰ ਕਰਨ ਲਈ ਆ ਗਏ। ਸਭ ਕੇ ਮੰਗਲ ਭਇਓ ਵਿਸਾਲਾ ਕਰ ਬਰਖਾ ਬੁਨ ਬਸੇ ਕਿਰਪਾਲਾ। ਸਾਰਿਆਂ ਦੇ ਮਨਾਂ 'ਚ ਬਹੁਤ ਪ੍ਰਸੰਨਤਾ ਹੋਈ ਕਿ ਮੀਂਹ ਵੀ ਪੈ ਗਿਆ, ਸਤਿਗੁਰੂ ਜੀ ਵੀ ਆ ਗਏ ਨੇ। ਨਗਰ ਨਿਵਾਸੀ ਬੜੇ ਪ੍ਰਸੰਨ ਨੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ 'ਚ ਰਹਿ ਕੇ ਹੋਰ ਚੋਜ ਕਰਨਗੇ। ਇਹ ਵਾਰਤਾ ਆਪਾਂ ਅੱਗੇ ਸਰਵਣ ਕਰਾਂਗੇ ਜੀ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਨਾਮ ਦਾਨ ਇਸਨਾਨ ਦੀ ਦਾਤ ਬਖਸ਼ਣ ਜੀ ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।